ਜ਼ੀਰਾ ਸ਼ਰਾਬ ਫੈਕਟਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਅਕਾਲੀ ਦਲ ਤੇ ਵੱਡਾ ਹਮਲਾ। ਮੰਤਰੀ ਕੁਲਦੀਪ ਧਾਲੀਵਾਲ ਬੋਲੇ, ਸੁਖਬੀਰ ਬਾਦਲ ਨੇ ਬਣਵਾਈ ਸੀ ਫੈਕਟਰੀ, 2006 ਚ ਕੈਪਟਨ ਦੀ ਸਰਕਾਰ ਨੇ ਦਿੱਤਾ ਸੀ ਲਾਇਸੈਂਸ। ਬਠਿੰਡਾ ਮੇਅਰ ਦੀ ਕੁਰਸੀ ਨੂੰ ਲੈ ਕੇ ਹਲਚਲ ਤੇਜ਼। ਮਨਪ੍ਰੀਤ ਬਾਦਲ ਤੋਂ ਬਾਅਦ ਵੜਿੰਗ ਨੇ ਬਠਿੰਡਾ ਦੇ ਕਾਂਗਰਸੀ ਕਾਉਂਸਲਰਜ਼ ਨਾਲ ਕੀਤੀ ਮੀਟਿੰਗ। ਫਿਲਹਾਲ ਮਨਪ੍ਰੀਤ ਦੇ ਖੇਮੇ ਤੋਂ ਹੈ ਮੇਅਰ। ਕਾਂਗਰਸ ਛੱਡ ਬੀਜੇਪੀ ਚ ਸ਼ਾਮਲ ਹੋਏ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ। ਬੋਲੇ, ਇੱਕ ਵੀ ਸਾਥੀ ਨਹੀਂ ਗਿਆ ਮਨਪ੍ਰੀਤ ਦੇ ਨਾਲ, ਚੰਗਾ ਹੋਇਆ ਭਾਜਪਾ ਲੈ ਗਈ ਅਜਿਹੇ ਲੀਡਰ। ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਦਿੱਲੀ ਤੋਂ ਲਿਆਈ ਮੁਕਤਸਰ ਪੁਲਿਸ, ਅਦਾਲਤ ਦੇ ਵਿੱਚ ਪੇਸ਼ ਕਰਕੇ ਲਵੇਗੀ ਰਿਮਾਂਡ। 30 ਲੱਖ ਦੀ ਰੰਗਦਾਰੀ ਮੰਗਣ ਦੇ ਮਾਮਲੇ 'ਚ ਕੀਤੀ ਜਾਵੇਗੀ ਪੁੱਛਗਿੱਛ। ਕੁੱਟਮਾਰ ਦੇ ਸ਼ਿਕਾਰ ਕਪੂਰਥਲਾ ਦੇ ਪੁਲਿਸ ਕਰਮੀ ਦੀ ਮੌਤ, ਇਲਾਜ ਦੌਰਾਨ ਤੋੜਿਆ ਦਮ। ਅਕਤੂਬਰ ਦੇ ਵਿੱਚ ਕਾਰ ਓਵਰਟੇਕ ਕਰਨ ਨੂੰ ਲੈ ਕੇ ਕੁਝ ਲੋਕਾਂ ਨੇ ਕੀਤਾ ਸੀ ਹਮਲਾ। ਲੁਧਿਆਣਾ 'ਚ ਬਦਮਾਸ਼ ਨੇ ਸ਼ਰੇਆਮ ਝਾਪਟੀਆਂ ਬਜ਼ੁਰਗ ਦੀਆਂ ਵਾਲੀਆਂ, ਲੋਕਾਂ ਦੇ ਵਿਚਾਲੇ ਦਿੱਤਾ ਵਾਰਦਾਤ ਨੂੰ ਅੰਜਾਮ। ਫੁਰਤੀ ਨਾਲ ਫਰਾਰ ਹੋ ਗਏ ਸਨੈਚਰ। ਫਜ਼ਿਲਕਾ ਦੇ ਪਿੰਡ ਚਾਂਦਮਾਰੀ 'ਚ ਦੋ ਧਿਰਾਂ ਵਿਚਾਲੇ ਜ਼ਬਰਦਸਤ ਝੜਪ, ਇੱਕ ਦੂਸਰੇ ਤੇ ਇੱਟਾਂ ਰੋੜਿਆਂ ਨਾਲ ਕੀਤਾ ਹਮਲਾ, ਕਈਆਂ ਨੂੰ ਆਈਆਂ ਸੱਟਾਂ। ਅੰਮ੍ਰਿਤਸਰ ਦੇ ਮਾਲ ਦੇ ਵਿੱਚ ਮਚਿਆ ਹੜਕੰਪ, ਖੁਦਕੁਸ਼ੀ ਦੇ ਲਈ ਸ਼ਾਪਿੰਗ ਮਾਲ ਦੀ ਛੱਤ ਤੋਂ ਲਟਕੀ ਲੜਕੀ, ਪੁਲਿਸ ਨੇ ਸਮਝਾ ਬੁਝਾ ਕੇ ਉਤਾਰਿਆ ਹੇਠਾਂ। ਕੋਰੋਨਾ ਵਾਇਰਸ ਦੀ ਨੇਜ਼ਲ ਵੈਕਸੀਨ ਦਾ ਇੰਤਜ਼ਾਰ ਖਤਮ। 26 ਜਨਵਰੀ ਨੂੰ ਲਾਂਚ ਹੋਵੇਗੀ ਇਨਕੋਵੈਗ। ਬੂਸਟਰ ਡੋਜ਼ ਦੇ ਤੌਰ ਤੇ ਲੱਗੇਗੀ ਨੇਜ਼ਲ ਵੈਕਸੀਨ। ਪਹਾੜੀ ਇਲਾਕਿਆਂ 'ਚ ਬਰਫ਼ਬਾਰੀ ਲਗਾਤਾਰ ਜਾਰੀ। ਜੰਮੂ ਕਸ਼ਮੀਰ ਦੇ ਗੁਲਮਰਗ ਤੇ ਤਾਂਗਮਰ 'ਚ ਬਰਫ਼ਬਾਰੀ ਦੇ ਨਾਲ ਸੈਲਾਨੀਆਂ ਦੇ ਖਿੜੇ ਚਿਹਰੇ। ਸਤਿ ਸ਼੍ਰੀ ਅਕਾਲ, ਮੈਂ ਅਰਸ਼ਦੀਪ ਸੰਧੂ, ਨਿਊਜ਼ 18 ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੇ ਨਾਲ। ਬੇਅਦਬੀ ਕੇਸ ਨਾਲ ਜੁੜੀ ਵੱਡੀ ਖਬਰ ਹੈ। ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਡੇਰਾ ਪ੍ਰੇਮੀਆਂ ਤੇ ਚੱਲ ਰਹੇ ਕੇਸ ਸੂਬੇ ਤੋਂ ਬਾਹਰ ਲਿਜਾਣ ਦੀ ਮੰਗ ਕੀਤੀ ਹੈ। ਡੇਰਾ ਪ੍ਰੇਮੀਆਂ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ ਤੇ ਹੁਣ ਸੁਪਰੀਮ ਕੋਰਟ ਦਾ ਇਸ ਮਾਮਲੇ 'ਚ ਰੁਖ ਕੀਤਾ ਹੈ। ਡੇਰਾ ਪ੍ਰੇਮੀਆਂ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ 'ਚ ਕੇਸ ਚਲਾਉਣ ਦੀ ਮੰਗ ਕੀਤੀ ਹੈ। ਮਾਮਲੇ ਦੇ ਵਿੱਚ 30 ਜਨਵਰੀ ਨੂੰ ਸੁਣਵਾਈ ਦੀ ਸੰਭਾਵਨਾ ਹੈ। ਬੇਅਦਬੀ ਕਾਂਡ ਵਿੱਚ ਨਾਮਜ਼ਦ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਜੇਲ੍ਹ 'ਚ ਕਤਲ ਹੋ ਗਿਆ ਸੀ, ਉਸ ਕਤਲ ਦਾ ਹਵਾਲਾ ਦਿੱਤਾ ਗਿਆ ਹੈ ਤੇ ਕੋਟਕਪੂਰਾ ਦੇ ਵਿੱਚ ਹੋਏ ਡੇਰਾ ਪ੍ਰੇਮੀ ਪ੍ਰਦੀਪ ਦੇ ਕਤਲ ਦਾ ਹਵਾਲਾ ਦਿੱਤਾ ਗਿਆ ਹੈ। ਸੁਪਰੀਮ ਕੋਰਟ ਦੇ ਵਿੱਚ ਹੁਣ ਕਿਸੇ ਹੋਰ ਸੂਬੇ ਦੇ ਵਿੱਚ ਕੇਸ ਚਲਾਏ ਜਾਣ ਦੀ ਮੰਗ ਰੱਖੀ ਹੈ। ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ। ਬੇਅਦਬੀ ਮਾਮਲੇ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ। ਨਰੇਸ਼ ਸੇਠੀ ਮੇਰੇ ਸਹਿਯੋਗੀ ਜੁੜੇ ਨੇ। ਨਰੇਸ਼, ਕੀ ਕੁਝ ਪੂਰੀ ਜਾਣਕਾਰੀ ਤੁਹਾਡੇ ਕੋਲ? ਦੱਸਦੀ ਹੈ ਕਿ ਡੇਰਾ ਪ੍ਰੇਮੀ ਪ੍ਰਦੀਪ ਕੁਮਾਰ ਦੀ ਹੱਤਿਆ ਤੋਂ ਬਾਅਦ ਹੁਣ ਜਿਹੜਾ ਇਸ ਮਾਮਲੇ ਵਿੱਚ ਨਾਮਜ਼ਦ ਆਰੋਪੀ ਨੇ, ਭਾਵੇਂ ਉਹਦੇ ਵਿੱਚ ਡੇਰਾ ਮੁਖੀ ਦਾ ਨਾਮ ਹੀ ਕਿਉਂ ਨਾ ਆਵੇ, ਉਹਨਾਂ ਵੱਲੋਂ ਹੁਣ ਸੁਪਰੀਮ ਕੋਰਟ ਦਾ ਰੁਖ ਕੀਤਾ ਗਿਆ ਔਰ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ, ਜਿਸ ਤਹਿਤ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਪੰਜਾਬ ਅੰਦਰ ਜਿੰਨੇ ਵੀ ਡੇਰਾ ਪ੍ਰੇਮੀਆਂ ਦੇ ਖਿਲਾਫ ਮਾਮਲੇ ਚੱਲਦੇ ਨੇ, ਬੇਅਦਬੀ ਮਾਮਲਿਆਂ ਤੋਂ ਇਲਾਵਾ ਹੋਰ ਵੀ ਜੇ ਕੋਈ ਅਗਰ ਡੇਰਾ ਪ੍ਰੇਮੀਆਂ ਦੇ ਖਿਲਾਫ ਪੰਜਾਬ ਦੇ ਸੂਬੇ ਦੇ ਅੰਦਰ ਉਹਨਾਂ ਦੇ ਖਿਲਾਫ ਮਾਮਲੇ ਚੱਲਦੇ ਨੇ ਤਾਂ ਉਹਨਾਂ ਨੂੰ ਦੂਜੇ ਰਾਜਾਂ ਵਿੱਚ ਤਬਦੀਲ ਕੀਤਾ ਜਾਵੇ। ਨਾਲ ਹੀ ਉਹਨਾਂ ਵੱਲੋਂ ਹਵਾਲਾ ਦਿੱਤਾ ਗਿਆ ਕਿ ਜਿਸ ਤਰ੍ਹਾਂ ਕਿ ਡੇਰਾ ਪ੍ਰੇਮੀ ਬਿੱਟੂ ਦੀ ਮੌਤ ਹੋਈ ਸੀ, ਮਹਿੰਦਰਪਾਲ ਬਿੱਟੂ ਦੀ ਜੇਲ੍ਹ ਦੇ ਅੰਦਰ ਮੌਤ ਹੋਈ ਸੀ, ਉਸ ਤੋਂ ਬਾਅਦ ਪ੍ਰਦੀਪ ਕੁਮਾਰ ਦੀ ਹੱਤਿਆ ਕਰ ਦਿੱਤੀ ਗਈ, ਤਾਂ ਕਿਤੇ ਨਾ ਕਿਤੇ ਸ਼ੰਕਾ ਜ਼ਾਹਰ ਕੀਤੀ ਗਈ ਕਿ ਉਹਨਾਂ ਦੀ ਹੱਤਿਆ ਵੀ ਇਸ ਪੇਸ਼ੀ ਦੇ ਦੌਰਾਨ ਕੀਤੀ ਜਾ ਸਕਦੀ ਹੈ। ਜਿਸ ਤੋਂ ਬਾਅਦ ਜਿਹੜੀ ਇਹ ਪਟੀਸ਼ਨ ਜਿਹੜੀ ਦਾਇਰ ਕੀਤੀ ਗਈ ਹੈ ਔਰ 30 ਜਨਵਰੀ ਨੂੰ ਇਸ ਪਟੀਸ਼ਨ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ ਔਰ ਇਹਨਾਂ ਵੱਲੋਂ ਜਿਹੜੀ ਪਟੀਸ਼ਨ ਦਾਇਰ ਕੀਤੀ ਗਈ ਉਸ ਵਿੱਚ ਸਾਫ਼ ਤੌਰ ਤੇ ਮੰਗ ਕੀਤੀ ਕਿ ਪੰਜਾਬ ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ, ਇਸ ਲਈ ਇਹਨਾਂ ਦੇ ਜਿੰਨੇ ਵੀ ਕੇਸ ਨੇ ਉਹਨਾਂ ਨੂੰ ਦੂਜੇ ਰਾਜਾਂ ਦੇ ਅਦਾਲਤਾਂ ਵਿੱਚ ਜਿਹੜੇ ਤਬਦੀਲ ਕੀਤੇ ਜਾਣ। ਜੀ ਸ਼ੁਕਰੀਆ ਨਰੇਸ਼ ਪੂਰੀ ਜਾਣਕਾਰੀ ਦੇ ਲਈ। ਤਾਂ ਡੇਰਾ ਪ੍ਰੇਮੀਆਂ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਪਹਿਲਾਂ ਬੇਅਦਬੀ ਕਾਂਡ ਦੇ ਵਿੱਚ ਨਾਮਜ਼ਦ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਜੇਲ੍ਹ 'ਚ ਕਤਲ ਹੋ ਗਿਆ ਸੀ ਤੇ ਕੋਟਕਪੂਰਾ ਦੇ ਵਿੱਚ ਡੇਰਾ ਪ੍ਰੇਮੀ ਪ੍ਰਦੀਪ ਦਾ ਕਤਲ ਕਰ ਦਿੱਤਾ ਗਿਆ। ਇਹ ਦੋਵੇਂ ਕਤਲਾਂ ਦਾ ਹਵਾਲਾ ਦਿੱਤਾ ਹੈ ਤੇ ਇਹਨਾਂ ਕੇਸਾਂ ਨੂੰ ਆਧਾਰ ਬਣਾ ਕੇ ਬਾਕੀ ਮੁਲਜ਼ਮਾਂ ਦੀ ਜਾਨ ਨੂੰ ਵੀ ਖਤਰਾ ਦੱਸਿਆ ਹੈ। ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਹੈ ਤੇ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ 'ਚ ਕੇਸ ਚਲਾਉਣ ਦੀ ਮੰਗ ਕੀਤੀ ਹੈ। ਮਾਮਲੇ ਤੇ 30 ਜਨਵਰੀ ਨੂੰ ਸੁਣਵਾਈ ਦੀ ਸੰਭਾਵਨਾ ਹੈ। ਉਧਰ ਜ਼ੀਰਾ ਸ਼ਰਾਬ ਫੈਕਟਰੀ ਤੇ ਖੇਤੀਬਾੜੀ ਮੰਤਰੀ ਦਾ ਵੱਡਾ ਬਿਆਨ ਆਇਆ ਹੈ। ਮੰਤਰੀ ਕੁਲਦੀਪ ਧਾਲੀਵਾਲ ਨੇ ਅਕਾਲੀ ਦਲ ਤੇ ਵੱਡੇ ਸਵਾਲ ਚੁੱਕੇ ਨੇ। ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜ਼ੀਰਾ ਸ਼ਰਾਬ ਫੈਕਟਰੀ ਬਣਵਾਈ ਸੀ। ਅਕਾਲੀ ਦਲ ਦੇ
ਐਮਐਲਏ ਨੇ ਫੈਕਟਰੀ ਲਾਈ ਸੀ ਤੇ 2006 ਦੇ ਵਿੱਚ ਕੈਪਟਨ ਦੀ ਸਰਕਾਰ ਵੇਲੇ ਇਸ ਨੂੰ ਲਾਇਸੈਂਸ ਦਿੱਤਾ ਗਿਆ ਸੀ। ਕੁਲਦੀਪ ਧਾਲੀਵਾਲ ਖੇਤੀਬਾੜੀ ਮੰਤਰੀ ਨੇ ਸਵਾਲ ਚੁੱਕੇ ਨੇ ਅਕਾਲੀ ਦਲ ਤੇ। ਸੁਖਬੀਰ ਸਿੰਘ ਬਾਦਲ ਨੇ ਇਹ ਫੈਕਟਰੀ ਲਗਵਾਈ ਸੀ। ਕੁਲਦੀਪ ਸਿੰਘ ਧਾਲੀਵਾਲ ਨੇ ਸਵਾਲ ਚੁੱਕੇ ਨੇ ਅਕਾਲੀ ਦਲ ਦੇ ਉੱਤੇ, ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਜ਼ੀਰਾ ਸ਼ਰਾਬ ਫੈਕਟਰੀ ਬਣਵਾਈ ਸੀ, ਅਕਾਲੀ ਦਲ ਦੇ ਐਮਐਲਏ ਨੇ ਇਹ ਫੈਕਟਰੀ ਲਾਈ ਸੀ ਤੇ 2006 ਚ ਕੈਪਟਨ ਸਰਕਾਰ ਨੇ ਇਸ ਨੂੰ ਲਾਇਸੈਂਸ ਦਿੱਤਾ ਸੀ। ਖੇਤੀਬਾੜੀ ਮੰਤਰੀ ਨੇ ਇਹ ਸਭ ਕਹਿੰਦੇ ਹੋਏ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਧਰਨਾ ਖਤਮ ਕਰ ਦੇਣ। 1-2 ਦਿਨਾਂ ਦੇ ਅੰਦਰ ਹੀ ਉਹਨਾਂ ਨੂੰ ਲੈਟਰ ਦੇ ਦਿੱਤਾ ਜਾਏਗਾ। ਜੋ ਫੈਕਟਰੀ ਨੂੰ ਬੰਦ ਕਰਨ ਦਾ ਜੋ ਆਰਡਰ ਹੈ ਉਸ ਦੀ ਚਿੱਠੀ ਉਹਨਾਂ ਨੂੰ ਦੇ ਦਿੱਤੀ ਜਾਏਗੀ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਹੀ ਫੈਕਟਰੀ ਬੰਦ ਕੀਤੀ ਜਾ ਰਹੀ ਹੈ। ਅਸੀਂ ਤਾਂ ਦੇਖੋ 1 ਮਹੀਨਾ ਪਹਿਲਾਂ ਮੈਂ 17 ਦਸੰਬਰ ਨੂੰ ਉੱਥੇ ਗਿਆ। ਮੈਨੂੰ ਮੇਰੇ ਮੁੱਖ ਮੰਤਰੀ ਜੀ ਨੇ ਭੇਜਿਆ ਸੀ ਉੱਥੇ, ਮਾਨ ਸਾਹਿਬ ਨੇ, ਔਰ ਮੈਨੂੰ ਉਹਨਾਂ ਨੇ ਉਦੋਂ ਕਿਹਾ ਕਿ ਕੁਲਦੀਪ ਵੱਲ ਆਪਾਂ 1 ਮਹੀਨੇ ਦੇ ਵਿੱਚ ਫੈਸਲਾ ਕਰ ਦੇਣਾ। ਔਰ 17 ਜਨਵਰੀ ਨੂੰ ਉਹਨਾਂ ਨੇ ਫੈਸਲਾ ਕਰ ਦਿੱਤਾ। ਸਮਝੇ ਕਿ ਨਹੀਂ ਗੱਲ? ਉਦੋਂ ਉਹਨਾਂ ਨੇ ਫੈਕਟਰੀ ਬੰਦ ਕਰਤੀ। ਸਾਰੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਕੀਤੀ, ਇਦਾਂ ਨਹੀਂ ਕੀਤੀ ਹੈ। ਪੂਰਾ ਕਾਨੂੰਨੀ ਪੱਖ, ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਹੈ, ਕਾਨੂੰਨੀ ਪ੍ਰਕਿਰਿਆ ਨੂੰ ਫਾਲੋ ਕੀਤਾ। ਜਿਹੜੇ ਕੋਈ ਕਿਸਾਨ ਲੀਡਰ ਬੈਠੇ ਉੱਥੇ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਨੇ ਬਸ ਉਹ ਇੱਕ ਕਰਕੇ ਬੈਠਿਆ ਕਿ ਲੈਟਰ ਜਿਹੜੀ ਉਹ ਬੁਲਾ ਜੇ, ਉਹ ਆ ਜੂਗੀ, ਕੋਈ ਗੱਲ ਨਹੀਂ। 1-2 ਦਿਨ ਕਹਿੰਦੇ ਵੀ ਫ੍ਰੈਂਡਲੀ ਮੈਚ ਹੈ, ਕਹਿੰਦੇ ਵੀ ਉਹਨੂੰ ਪਤਾ ਸੀ ਵੀ ਹਾਈ ਕੋਰਟ ਕਿਹੜੇ ਵਿਰੋਧੀ ਕਹਿੰਦੇ ਆ? ਅਕਾਲੀ ਦਲ ਕਹਿੰਦਾ। ਅਕਾਲੀ ਦਲ ਦੀਪ ਮਲਹੋਤਰਾ ਕਿਹਦਾ ਦੀ ਫੈਕਟਰੀ? ਜੀ ਦੀਪ ਮਲਹੋਤਰਾ। ਸੁਖਬੀਰ ਬਾਦਲ ਨੂੰ ਪੁੱਛੋ, ਤੇਰੇ ਐਮਐਲਏ ਦੀ ਫੈਕਟਰੀ ਤੂੰ ਲਾ ਕੇ ਗਿਆ। ਕੈਪਟਨ ਅਮਰਿੰਦਰ ਸਿੰਘ ਲਾਇਸੈਂਸ ਦੇ ਕੇ ਗਿਆ। ਸਮਝਦੇ ਕਿ ਨਹੀਂ? 6 ਦੇ ਵਿੱਚ ਉਹਦਾ ਲਾਇਸੈਂਸ ਇਸ਼ੂ ਕੀਤਾ ਕੈਪਟਨ ਦੀ ਸਰਕਾਰ ਨੇ, ਉਹਨੂੰ ਬਣਾਇਆ ਸੁਖਬੀਰ ਬਾਦਲ ਨੇ। ਸੁਖਬੀਰ ਬਾਦਲ ਦਾ ਰਾਈਟ ਹੈਂਡ ਦੀਪ ਮਲਹੋਤਰਾ ਪੂਰਾ ਪੰਜਾਬ ਜਾਣਦਾ, ਪੂਰੀ ਦੁਨੀਆ ਜਾਣਦੀ ਹੈ। ਸੁਖਬੀਰ ਬਾਦਲ ਨੂੰ ਕੀ ਅਧਿਕਾਰ ਹੈ ਜੀ ਇਹ ਗੱਲਾਂ ਕਰਨ ਦਾ? ਉਹੀ ਤੇ ਗੰਦ ਪਾ ਕੇ ਪੰਜਾਬ ਦੇ ਵਿੱਚ। ਤਾਂ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਨੇ ਸਵਾਲ ਚੁੱਕੇ ਨੇ ਅਕਾਲੀ ਦਲ ਤੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਣੀ ਸਵਾਲ ਕਿਉਂ ਚੁੱਕ ਰਹੇ ਨੇ? ਉਹਨਾਂ ਦੇ ਵੱਲੋਂ ਹੀ ਤਾਂ ਇਹ ਲਗਵਾਈ ਗਈ ਸੀ ਜ਼ੀਰਾ ਸ਼ਰਾਬ ਫੈਕਟਰੀ, ਉਹਨਾਂ ਦੇ ਹੀ ਐਮਐਲਏ ਦੀ ਫੈਕਟਰੀ ਆ, ਅਕਾਲੀ ਦਲ ਦੇ ਐਮਐਲਏ ਦੀ ਫੈਕਟਰੀ ਸੀ। 2006 ਦੇ ਵਿੱਚ ਕੈਪਟਨ ਸਰਕਾਰ ਵੇਲੇ ਇਸ ਨੂੰ ਲਾਇਸੈਂਸ ਦਿੱਤਾ ਗਿਆ। ਖੇਤੀਬਾੜੀ ਮੰਤਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਨਾ ਖਤਮ ਕਰ ਦੇਣ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਫੈਕਟਰੀ ਬੰਦ ਹੋਏਗੀ ਤੇ ਜਿਹੜਾ ਆਰਡਰ ਹੈ ਜਾਂ ਚਿੱਠੀ ਹੈ ਉਹ ਵੀ ਉਹਨਾਂ ਨੂੰ 1-2 ਦਿਨਾਂ ਤੱਕ ਮਿਲ ਜਾਏਗੀ। ਪੂਰੀ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਹੀ ਇਹ ਫੈਕਟਰੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦਾ ਇਹ ਬਿਆਨ ਸੀ। ਅਕਾਲੀ ਦਲ ਤੇ ਸਵਾਲ ਚੁੱਕੇ ਨੇ, ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੇ ਹੀ ਜ਼ੀਰਾ ਸ਼ਰਾਬ ਫੈਕਟਰੀ ਲਗਵਾਈ ਸੀ, ਉਹਨਾਂ ਦੀ ਪਾਰਟੀ ਦੇ ਹੀ ਐਮਐਲਏ ਦੀ ਇਹ ਫੈਕਟਰੀ ਹੈ, ਉਹਨਾਂ ਦੇ ਹੀ ਪਾਰਟੀ ਦੇ ਐਮਐਲਏ ਨੇ ਇਹ ਫੈਕਟਰੀ ਲਾਈ ਸੀ। 2006 ਦੇ ਵਿੱਚ ਕੈਪਟਨ ਸਰਕਾਰ ਨੇ ਇਸ ਨੂੰ ਲਾਇਸੈਂਸ ਦਿੱਤਾ ਸੀ ਤੇ ਹੁਣ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਇਸ ਨੂੰ ਬੰਦ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਨਾ ਹੁਣ ਖਤਮ ਕਰ ਦੇਣ। ਨਹੀਂ, ਅਸੀਂ ਤਾਂ ਦੇਖੋ 1 ਮਹੀਨਾ ਪਹਿਲਾਂ ਮੈਂ 17 ਦਸੰਬਰ ਨੂੰ ਉੱਥੇ ਗਿਆ। ਮੈਨੂੰ ਮੇਰੇ ਮੁੱਖ ਮੰਤਰੀ ਜੀ ਨੇ ਭੇਜਿਆ ਸੀ ਉੱਥੇ, ਮਾਨ ਸਾਹਿਬ ਨੇ, ਔਰ ਮੈਨੂੰ ਉਹਨਾਂ ਨੇ ਉਦੋਂ ਕਿਹਾ ਕਿ ਕੁਲਦੀਪ ਵੱਲ ਆਪਾਂ 1 ਮਹੀਨੇ ਦੇ ਵਿੱਚ ਫੈਸਲਾ ਕਰ ਦੇਣਾ। ਔਰ 17 ਜਨਵਰੀ ਨੂੰ ਉਹਨਾਂ ਨੇ ਫੈਸਲਾ ਕਰ ਦਿੱਤਾ। ਸਮਝੇ ਕਿ ਨਹੀਂ ਗੱਲ? ਉਦੋਂ ਉਹਨਾਂ ਨੇ ਫੈਕਟਰੀ ਬੰਦ ਕਰਤੀ। ਸਾਰੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਕੀਤੀ, ਇਦਾਂ ਨਹੀਂ ਕੀਤੀ ਹੈ। ਪੂਰਾ ਕਾਨੂੰਨੀ ਪੱਖ, ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਹੈ, ਕਾਨੂੰਨੀ ਪ੍ਰਕਿਰਿਆ ਨੂੰ ਫਾਲੋ ਕੀਤਾ। ਜਿਹੜੇ ਕੋਈ ਕਿਸਾਨ ਲੀਡਰ ਬੈਠੇ ਉੱਥੇ ਉਹਨਾਂ ਨੂੰ ਬੇਨਤੀ ਹੈ ਕਿ ਉਹਨਾਂ ਨੇ ਬਸ ਉਹ ਇੱਕ ਕਰਕੇ ਬੈਠਿਆ ਕਿ ਲੈਟਰ ਜਿਹੜੀ ਉਹ ਬੁਲਾ ਜੇ, ਉਹ ਆ ਜੂਗੀ, ਕੋਈ ਗੱਲ ਨਹੀਂ। 1-2 ਦਿਨ ਕਹਿੰਦੇ ਵੀ ਫ੍ਰੈਂਡਲੀ ਮੈਚ ਹੈ, ਕਹਿੰਦੇ ਵੀ ਉਹਨੂੰ ਪਤਾ ਸੀ ਵੀ ਹਾਈ ਕੋਰਟ ਕਿਹੜੇ ਵਿਰੋਧੀ ਕਹਿੰਦੇ ਆ? ਅਕਾਲੀ ਦਲ ਕਹਿੰਦਾ। ਅਕਾਲੀ ਦਲ ਦੀਪ ਮਲਹੋਤਰਾ ਕਿਹਦਾ ਦੀ ਫੈਕਟਰੀ? ਜੀ ਦੀਪ ਮਲਹੋਤਰਾ। ਸੁਖਬੀਰ ਬਾਦਲ ਨੂੰ ਪੁੱਛੋ, ਤੇਰੇ ਐਮਐਲਏ ਦੀ ਫੈਕਟਰੀ ਤੂੰ ਲਾ ਕੇ ਗਿਆ। ਕੈਪਟਨ ਅਮਰਿੰਦਰ ਸਿੰਘ ਲਾਇਸੈਂਸ ਦੇ ਕੇ ਗਿਆ। ਸਮਝਦੇ ਕਿ ਨਹੀਂ? 6 ਦੇ ਵਿੱਚ ਉਹਦਾ ਲਾਇਸੈਂਸ ਇਸ਼ੂ ਕੀਤਾ ਕੈਪਟਨ ਦੀ ਸਰਕਾਰ ਨੇ, ਉਹਨੂੰ ਬਣਾਇਆ ਸੁਖਬੀਰ ਬਾਦਲ ਨੇ। ਸੁਖਬੀਰ ਬਾਦਲ ਦਾ ਰਾਈਟ ਹੈਂਡ ਦੀਪ ਮਲਹੋਤਰਾ ਪੂਰਾ ਪੰਜਾਬ ਜਾਣਦਾ, ਪੂਰੀ ਦੁਨੀਆ ਜਾਣਦੀ ਹੈ। ਸੁਖਬੀਰ ਬਾਦਲ ਨੂੰ ਕੀ ਅਧਿਕਾਰ ਹੈ ਜੀ ਇਹ ਗੱਲਾਂ ਕਰਨ ਦਾ? ਉਹੀ ਤੇ ਗੰਦ ਪਾ ਕੇ ਪੰਜਾਬ ਦੇ ਵਿੱਚ। ਤਾਂ ਇਹ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ ਸੀ। ਸਾਡੇ ਨਾਲ ਇਸ ਵੇਲੇ ਅਕਾਲੀ ਦਲ ਤੋਂ ਅਰਸ਼ਦੀਪ ਕਲੇਰ ਜੁੜੇ ਨੇ। ਕਲੇਰ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਕਹਿ ਰਹੇ ਨੇ ਕਿ ਇਹ ਜਿਹੜੀ ਫੈਕਟਰੀ ਹੈ ਜ਼ੀਰਾ ਸ਼ਰਾਬ ਫੈਕਟਰੀ ਹੈ, ਸੁਖਬੀਰ ਸਿੰਘ ਬਾਦਲ ਨੇ ਹੀ ਤਾਂ ਲਗਵਾਈ ਹੈ। ਦੀਪ ਮਲਹੋਤਰਾ ਉਹਨਾਂ ਦਾ ਹੀ ਐਮਐਲਏ ਸੀ, ਜੋ ਉਹਨਾਂ ਦਾ ਰਾਈਟ ਹੈਂਡ ਸੀ। ਕਹਿਣੀ ਚਾਹੂੰਗਾ ਕਿ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਤੋਂ ਲੈ ਕੇ ਸਭ ਨੂੰ ਇੱਕ ਝੂਠ ਬੋਲਣ ਦੀ ਬੜੀ ਲੰਬੀ ਚੌੜੀ ਆਦਤ ਹੈ। ਕੁਲਦੀਪ ਧਾਲੀਵਾਲ ਜੀ ਕੈਬਨਿਟ ਮੰਤਰੀ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਫੈਕਟਰੀ 2006 ਦੇ ਵਿੱਚ ਲੱਗੀ ਸੀ ਤੇ ਉਸ ਸਮੇਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2007 ਤੋਂ 17 ਰਹੀ ਹੈ।
ਤੇ ਜਿਸ ਤੱਕ ਸਵਾਲ ਹੈ ਦੀਪ ਮਲਹੋਤਰਾ ਦਾ, ਦੇਖੋ ਪਾਰਟੀਆਂ ਦੇ ਵਿੱਚ ਬੰਦੇ ਆਉਂਦੇ ਨੇ ਚਲੇ ਜਾਂਦੇ ਨੇ, ਪਰ ਕੁਲਦੀਪ ਧਾਲੀਵਾਲ ਸਾਹਿਬ ਲੋਕਾਂ ਨੂੰ ਇਹ ਦੱਸਣਾ ਭੁੱਲ ਗਏ ਕਿ ਦੀਪ ਮਲਹੋਤਰਾ ਅੱਜ ਕੱਲ੍ਹ ਉਹ ਨੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਨੇ। ਦਿੱਲੀ ਦੀ ਜਿਹੜੀ ਐਕਸਾਈਜ਼ ਪਾਲਿਸੀ CBI ਦੇ ਜਾਂਚ ਦੇ ਘੇਰੇ ਦੇ ਵਿੱਚ ਹੈ, ਉਹਦੇ 'ਚ ਕੁਲਦੀਪ ਧਾਲੀਵਾਲ ਸਾਹਿਬ ਪ੍ਰੈਸ ਦੇ ਅੱਗੇ ਆ ਕੇ ਬਿਆਨ ਦੇਣ ਕਿ ਉਹਦੇ 'ਚ ਦੀਪ ਮਲਹੋਤਰਾ ਹੈਗੇ ਨੇ ਕਿ ਨਹੀਂ ਹੈਗੇ। ਦਿੱਲੀ ਦੇ L1 ਕਿਹਦੇ ਕੋਲ ਨੇ? ਦੀਪ ਮਲਹੋਤਰਾ ਕੋਲੇ। ਜਿਹੜੀ ਪੰਜਾਬ ਦੀ ਐਕਸਾਈਜ਼ ਪਾਲਿਸੀ ਮਨੀਸ਼ ਸਿਸੋਦੀਆ ਨੇ ਬਣਾਈ ਹੈ, ਉਹਦੇ 'ਚ ਇੱਕ ਸਭ ਤੋਂ ਵੱਡਾ ਯੋਗਦਾਨ ਤੇ ਪੰਜਾਬ ਦੇ L1 ਕਿਹਦੇ ਕੋਲ ਨੇ? ਦੀਪ ਮਲਹੋਤਰਾ ਦੇ ਕੋਲੇ। ਔਰ ਇਹ ਜਿਹੜੀ ਝੂਠ ਦੀ ਸਿਆਸਤ ਆਮ ਆਦਮੀ ਪਾਰਟੀ ਕਰਦੀ ਹੈ, ਮੈਂ ਤਾਂ ਫੇਰ ਤੁਹਾਡੇ ਮਾਧਿਅਮ ਨਾਲ ਚੈਲੰਜ ਕਰਦਾ। ਉਦੋਂ ਮੁੱਖ ਮੰਤਰੀ ਨੂੰ ਵੀ ਮੈਂ ਤੁਹਾਡੇ ਮਾਧਿਅਮ ਦੇ ਨਾਲ ਚੈਲੰਜ ਕੀਤਾ ਸੀਗਾ ਕਿ ਜਿਹੜੀ ਜ਼ੀਰਾ ਸ਼ਰਾਬ ਫੈਕਟਰੀ ਤੇ ਮੁੱਖ ਮੰਤਰੀ ਨੇ ਬਿਆਨ ਤਾਂ ਦਿੱਤਾ ਵੀ ਉਹ ਬੰਦ ਹੋ ਗਈ, ਕਿਤੇ ਦੀਪ ਮਲਹੋਤਰਾ ਨਾਲ ਅੰਦਰ ਖਾਤੇ ਮਿਲ ਕੇ ਮੁੱਖ ਮੰਤਰੀ ਆਪ ਹੀ ਤਾਂ ਨਹੀਂ ਖੇਡ ਰਹੇ, ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੈ ਔਰ ਤੁਸੀਂ ਜਾਣ ਬੁੱਝ ਕੇ ਇਲੀਗੈਲਿਟੀਜ਼ ਕਮਿਟ ਕਰ ਰਹੇ ਹੋ ਔਰ ਤੁਸੀਂ ਦੀਪ ਮਲਹੋਤਰਾ ਨੂੰ ਤੇ ਸ਼ਰਾਬ ਫੈਕਟਰੀ ਨੂੰ ਇਹ ਮੌਕਾ ਦੇ ਰਹੇ ਹੋ ਕਿ ਕੋਰਟ ਤੋਂ ਸਟੇ ਲਿਆਓ ਤਾਂ ਕਿ ਮੈਂ ਵੀ ਬਚ ਜਾ। ਮੈਂ ਕਹਿ ਦੂੰਗਾ ਜੀ ਮੈਂ ਬੰਦ ਕਰਤੀ ਤੇ ਦੀਪ ਮਲਹੋਤਰਾ ਜੀ ਤੁਹਾਡਾ ਵੀ ਫਾਇਦਾ ਹੋ ਜੂ, ਕਿਉਂਕਿ 20 ਕਰੋੜ ਰੁਪਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਈ ਕੋਰਟ ਦੇ ਸਿੰਗਲ ਬੈਂਚ ਦੇ ਆਰਡਰ ਤੇ ਦੀਪ ਮਲਹੋਤਰਾ ਨੂੰ ਦਿੱਤਾ ਹੁਣੇ 2 ਮਹੀਨੇ ਪਹਿਲਾਂ। ਨਾ ਤਾਂ ਉਹਨੂੰ ਕਦੇ ਇਹਨਾਂ ਨੇ ਡਿਵੀਜ਼ਨ ਬੈਂਚ ਦੇ ਅੱਗੇ ਅਪੀਲ ਕੀਤੀ, ਨਾ ਸੁਪਰੀਮ ਕੋਰਟ ਗਏ। ਸੋ ਸਵਾਲੀਆ ਨਿਸ਼ਾਨ ਸਰਕਾਰ ਦੇ ਉੱਤੇ ਵੱਡੇ ਨੇ। ਕੁਲਦੀਪ ਧਾਲੀਵਾਲ ਸਾਹਿਬ ਝੂਠ ਬੋਲਣਾ ਬੰਦ ਕਰਨ ਤੇ ਸੱਚ ਆ ਕੇ ਦੱਸਣ ਲੋਕਾਂ ਨੂੰ ਕਿ ਅੰਦਰ ਖਾਤੇ ਖਿਚੜੀ ਪਕਾ ਕੇ। ਚਲੋ ਮੈਂ ਵਾਪਸ ਤੁਹਾਡੇ ਕੋਲ ਆਵਾਂਗੀ, ਕਿਉਂਕਿ ਕੁਲਦੀਪ ਧਾਲੀਵਾਲ ਇਹ ਵੀ ਕਹਿ ਰਹੇ ਨੇ ਕਿ ਹਾਈ ਕੋਰਟ ਦੇ ਵਿੱਚ ਕੇਸ ਹੈ, ਉਹ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ। ਨਾਲ ਉਹ ਕਹਿ ਰਹੇ ਨੇ ਕਿ ਇਸੇ ਕਰਕੇ ਪੂਰੀ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਹੀ ਇਹ ਫੈਕਟਰੀ ਬੰਦ ਕਰਨ ਦਾ ਫੈਸਲਾ ਲਿਆ ਗਿਆ। ਮੈਂ ਤੁਹਾਡੇ ਕੋਲ ਵਾਪਸ ਆਵਾਂਗੀ। ਸਾਡੇ ਨਾਲ ਮਲਵਿੰਦਰ ਕੰਗ ਜੁੜੇ ਨੇ, ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਨੇ। ਕੰਗ ਜੀ, ਸਵਾਗਤ ਹੈ ਨਿਊਜ਼ 18 ਪੰਜਾਬ ਤੇ। ਤੁਸੀਂ ਅਰਸ਼ਦੀਪ ਕਲੇਰ ਨੂੰ ਸੁਣ ਰਹੇ ਸੀ ਜੋ ਕਹਿ ਰਹੇ ਨੇ ਕਿ ਅਸਲ ਦੇ ਵਿੱਚ ਦੀਪ ਮਲਹੋਤਰਾ ਤਾਂ ਆਮ ਆਦਮੀ ਪਾਰਟੀ ਦਾ ਬੰਦਾ ਹੈ। ਨਹੀਂ, ਗੱਲ ਇਹ ਨਹੀਂ ਗੀ ਕਿ ਕੌਣ, ਗੱਲ ਤੇ ਇਹ ਹੈ ਅਰਸ਼ਦੀਪ ਕਿ ਪੰਜਾਬ ਦੀ ਜਿਹੜਾ এনवायरमेंट ਹੈ, ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਕੰਪਰੋਮਾਈਜ਼ ਕਿੰਨੇ ਕੀਤਾ, ਪੰਜਾਬ ਦੀ ਆਬੋ ਹਵਾ ਖਰਾਬ ਕਰਨ ਵਾਸਤੇ ਕੰਪਰੋਮਾਈਜ਼ ਕਿੰਨੇ ਕੀਤਾ ਔਰ ਉਹਨੂੰ ਖਰਾਬ ਕਰਨ ਵਾਲਿਆਂ ਤੋਂ ਨਿੱਜੀ ਫਾਇਦੇ ਕਿੰਨੇ ਲਏ, ਸਵਾਲ ਇਹ ਹੈ। ਔਰ ਉਸ ਤੇ ਰੋਕ ਕਿੰਨੇ ਲਾਈ ਆ? ਰੋਕ ਲਾਈ ਆ ਮਾਨ ਸਾਹਿਬ ਨੇ, ਜਿਹੜੇ ਮੌਜੂਦਾ ਮੁੱਖ ਮੰਤਰੀ। ਦੇਖੋ ਲੰਬੇ ਅਰਸੇ ਤੋਂ ਬਾਦਲ ਸਾਹਿਬ ਦੀਆਂ 2 ਸਰਕਾਰਾਂ ਰਹੀਆਂ, ਕੈਪਟਨ ਸਾਹਿਬ ਦੀ ਰਹੀ, ਚਲੋ ਚੰਨੀ ਵੀ ਆਇਆ। ਇਹਨਾਂ ਲੋਕਾਂ ਨੇ ਨਾ ਤੇ ਜਿਹੜਾ ਵਿਗੜਦੀ, ਜਿਹੜੀ ਪੂਰਾ ਪੋਲਿਊਟਡ ਹੋ ਰਿਹਾ ਪੰਜਾਬ ਦਾ ਪਾਣੀ, ਲੋਕਾਂ ਦੀ ਸਿਹਤ ਔਰ ਜ਼ਮੀਨ, ਜਿਹੜੀ ਉਪਜਾਊ ਜ਼ਮੀਨ ਜਿਸ ਤਰੀਕੇ ਨਾਲ ਉਹ ਖਰਾਬ ਹੋਈ, ਉਹਦੇ ਬਾਰੇ ਸੋਚਿਆ ਹੀ ਨਹੀਂ ਇਹਨਾਂ ਨੇ। ਤੇ ਫਸਟ ਪ੍ਰਭਾਵ ਹੀ ਅਰਸ਼ਦੀਪ ਇਹ ਜਾ ਰਿਹਾ ਹੈ ਕਿ ਅੰਡਰ ਦਾ ਟੇਬਲ ਇਹਨਾਂ ਨੇ ਨਿੱਜੀ ਫਾਇਦੇ ਲੈਣ ਵਾਸਤੇ ਪੰਜਾਬ ਦੇ ਲੋਕਾਂ ਦੀ ਸਿਹਤ ਨਾਲ ਔਰ ਪੰਜਾਬ ਦੇ ਪੂਰੇ এনवायरमेंट ਨਾਲ ਕੰਪਰੋਮਾਈਜ਼ ਕੀਤਾ ਹੈ। ਇਸੇ ਕਰਕੇ ਹੀ ਇਹ ਜੀਰਾ ਫੈਕਟਰੀ ਦਾ ਜਿਹੜਾ ਇੰਪੈਕਟ ਹੈ, ਉਸ ਏਰੀਏ ਜਦੋਂ ਜਾ ਕੇ ਦੇਖਦੇ ਹਾਂ ਆਪਾਂ, ਸਾਲੇ ਦੁਆਲੇ ਦੇ ਪਿੰਡਾਂ ਜਿਸ ਤਰੀਕੇ ਨਾਲ ਲੋਕ ਬਿਮਾਰੀਆਂ ਫੈਲ ਰਹੀਆਂ, ਉਹਦਾ ਕਾਰਨ ਉਹ ਹੈ। ਔਰ ਮਾਨ ਸਾਹਿਬ ਨੇ ਤੇ ਇੱਕ ਜ਼ਿੰਮੇਵਾਰ ਆਗੂ ਦੀ ਤਰ੍ਹਾਂ, ਇੱਕ ਕੰਸਰਨ ਮੁਖੀਆ ਦੀ ਤਰ੍ਹਾਂ, ਇੱਕ ਰਿਸਪੌਂਡ ਜਿਹੜਾ ਕੀਤਾ ਹੈ ਉਹਨਾਂ ਨੇ, ਜਿਸ ਤਰੀਕੇ ਲੋਕਾਂ ਦੀ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ, ਇੱਕ ਜ਼ਿੰਮੇਵਾਰ ਮੁੱਖ ਮੰਤਰੀ ਦੇ ਨਾਤੇ ਕੀਤੀ। ਇਸ ਕਰ ਅਸੀਂ ਤਾਂ ਉੱਥੇ ਠੱਲ ਕਰਾਈ, ਬੰਦ ਕੀਤੀ, ਅਸੀਂ ਪਹਿਲ ਦਿੱਤੀ ਹੈ ਲੋਕਾਂ ਦੀ ਸਿਹਤ। ਜੀ ਮਲਵਿੰਦਰ ਕੰਗ ਜੀ, ਅਰਸ਼ਦੀਪ ਕਲੇਰ ਇਹ ਵੀ ਸਵਾਲ ਖੜਾ ਕਰ ਰਹੇ ਨੇ ਕਿ ਮੁੱਖ ਮੰਤਰੀ ਨੇ ਐਲਾਨ ਤਾਂ ਕਰ ਦਿੱਤਾ, ਲੇਕਿਨ ਇਹ ਕੇਸ ਇਸ ਵੇਲੇ ਹਾਈ ਕੋਰਟ ਦੇ ਵਿੱਚ ਹੈ। ਕਿਤੇ ਮੁੱਖ ਮੰਤਰੀ ਇਹ ਮੌਕਾ ਤਾਂ ਨਹੀਂ ਦੇ ਰਹੇ ਕਿ ਉਹ ਹਾਈ ਕੋਰਟ ਦੇ ਵਿੱਚੋਂ ਸਟੇ ਲੈ ਆਉਣ? ਅਰਸ਼ਦੀਪ ਕਲੇਰ ਖੁਦ ਵੀ ਵਕੀਲ ਨੇ ਜੀ। ਅਰਸ਼ਦੀਪ, ਮੁੱਖ ਮੰਤਰੀ ਜੀ ਨੇ ਜਿਸ ਦਿਨ ਇਹਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਔਰ ਉਹਨਾਂ ਨੇ ਸਪੈਸ਼ਲੀ ਮੈਂਸ਼ਨ ਕੀਤੀ ਹੈ ਗੱਲ ਕਿ ਪ੍ਰੋਪਰ ਕਾਨੂੰਨੀ ਮਾਹਿਰਾਂ ਨਾਲ ਪੂਰੀ ਡਿਸਕਸ਼ਨ ਕਰਨ ਤੋਂ ਬਾਵਜੂਦ, ਉਹਨਾਂ ਦੀ ਰਾਏ ਲੈਣ ਤੋਂ ਬਾਅਦ ਸਰਕਾਰ ਨੇ ਫੈਸਲਾ ਲਿਆ ਹੈ। ਔਰ ਸਰਕਾਰ ਨੇ ਫੈਸਲਾ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ, ਪੰਜਾਬ ਦੀ ਆਬੋ ਹਵਾ ਨੂੰ ਧਿਆਨ 'ਚ ਰੱਖਦੇ ਲਿਆ ਹੈ। ਔਰ ਉਹਦੇ ਤੇ ਮੈਨੂੰ ਨਹੀਂ ਲੱਗਦਾ ਕਿਸੇ ਤਰ੍ਹਾਂ ਦੀ ਕੋਈ ਅੜਚਨ ਆਉਣੀ ਹੈ। ਆਨਰੇਬਲ ਜਿਹੜੀ ਸਾਡੇ ਹਾਈ ਕੋਰਟ ਦੇ ਜੱਜ ਸਾਹਿਬਾਨ ਹੈ, ਅਦਾਲਤਾਂ ਆ, ਅਸੀਂ ਉੱਥੇ ਆਪਣਾ ਸਰਕਾਰ ਦਮਦਾਰੀ ਨਾਲ ਆਪਣਾ ਪੱਖ ਰੱਖੂਗੀ, ਲੇਕਿਨ ਅਲਟੀਮੇਟਲੀ ਪੰਜਾਬ ਸਰਕਾਰ ਜਿਹੜੀ ਹੈਗੀ ਹੈ, ਕਿਉਂਕਿ ਇਹਨੂੰ ਲਾਉਣ ਦੀਆਂ ਜਿਹੜੀ ਪਰਮਿਸ਼ਨਾਂ ਸੀ ਉਹ ਪੰਜਾਬ ਸਰਕਾਰ ਦੀ ਡਿਸਕ੍ਰਿਸ਼ਨ ਹੈ ਔਰ ਬੰਦ ਕਰਨ ਦੀ ਪੰਜਾਬ ਸਰਕਾਰ ਦੀ, ਔਰ ਪੂਰਾ ਗਰਾਊਂਡ ਅਸੀਂ ਕੀ ਜੋ ਕਮੇਟੀਆਂ ਬਣਾਈਆਂ ਗਈਆਂ ਸੀ ਉਹਨਾਂ ਦੀਆਂ ਰਿਪੋਰਟਸ ਆ ਚੁੱਕੀਆਂ ਨੇ? ਕਿਉਂਕਿ ਸਾਂਝਾ ਮੋਰਚਾ ਇਹ ਵੀ ਮੰਗ ਕਰ ਰਿਹਾ ਕਿ ਉਹ ਰਿਪੋਰਟਾਂ ਜਨਤਕ ਕੀਤੀਆਂ ਜਾਣ। ਇਹਦੇ 'ਚ ਮੈਂ ਜ਼ਰੂਰ ਅਰਸ਼ਦੀਪ, ਇਹ ਗੱਲ ਠੀਕ ਹੈ ਤੁਹਾਡੀ, ਕਈ ਦਿਨ ਤੋਂ ਡਿਮਾਂਡ ਆ ਰਹੀ, ਕੁਝ ਇਸ਼ੂਜ਼ ਹਜੇ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ। ਆਨਰੇਬਲ ਕੋਰਟ 'ਚ ਅਸੀਂ ਗੱਲ ਰੱਖਾਂਗੇ, ਉਸ ਤੋਂ ਬਾਅਦ ਪਬਲਿਕ ਡੋਮੇਨ 'ਚ ਆਈ ਜਾਣੀ ਹੈ ਗੱਲ। ਉਸ ਕਰਕੇ ਕੁਝ ਚੀਜ਼ਾਂ ਨੂੰ ਹਜੇ ਪਬਲਿਕ ਡੋਮੇਨ 'ਚ ਨਹੀਂ ਰੱਖ ਰਹੇ, ਲੇਕਿਨ ਅਲਟੀਮੇਟਲੀ ਫੈਸਲਾ ਜਿਹੜਾ, ਗੱਲ ਇਹ ਆ ਵੀ ਤੁਹਾਡੀ ਇੰਟੈਂਸ਼ਨ ਕੀ ਆ। ਅਲਟੀਮੇਟਲੀ ਫੈਸਲਾ ਮੁੱਖ ਮੰਤਰੀ ਜੀ ਨੇ ਲਿਆ ਆ, ਉਹ ਬੰਦ ਕਰਦਾ ਗਿਆ ਹੈ। ਉਹਦੇ 'ਚ ਅਸੀਂ ਲੋਕਾਂ ਨੂੰ ਪਹਿਲ ਦਿੱਤੀ ਹੈ
ਨਾ ਕਿ ਅਸੀਂ ਕਿਸੇ ਤਰ੍ਹਾਂ ਦਾ ਉੱਤੇ ਕੰਪਰੋਮਾਈਜ਼। ਜੀ ਅਰਸ਼ਦੀਪ ਕਲੇਰ ਜੀ, ਦੇਖੋ ਕੰਗ ਸਾਹਿਬ ਮੇਰੇ ਭਰਾ ਨੇ, ਮੈਂ ਤਾਂ ਇਹਨਾਂ ਨੂੰ ਸਿੱਧਾ ਸਵਾਲ ਕਰਦਾ ਕਿ ਇਹ ਫੈਕਟਰੀ ਦਾ ਜਿਹੜਾ ਇਸ਼ੂ ਖੜਾ ਹੋਇਆ ਇਹ ਤਾਂ ਹੁਣੀ 6-7 ਮਹੀਨਿਆਂ ਤੋਂ ਖੜਾ ਹੋਇਆ, ਜਦੋਂ ਉੱਥੇ ਇੱਕ ਬੋਰ ਲਾਇਆ ਜਾ ਰਿਹਾ ਸੀ ਜਿਹਦੇ 'ਚ ਪਾਣੀ ਖਰਾਬ ਨਿਕਲਿਆ ਤਾਂ ਇਸ਼ੂ ਕ੍ਰੌਪ ਅਪ ਹੋਇਆ। ਤੇ ਪਿਛਲੇ 6 ਮਹੀਨੇ ਤੋਂ ਲਗਾਤਾਰ, ਚਾਹੇ ਇਹਨਾਂ ਦੀ ਪਾਰਟੀ ਦੇ MLA ਹੋਣ, ਇਹਨਾਂ ਦੇ ਮੰਤਰੀ ਅਮਨ ਅਰੋੜਾ ਦਾ ਬਿਆਨ ਚੱਕ ਲਓ, ਜਿਹੜੇ ਕਿ ਉਹ ਉੱਥੇ ਜਿਨ੍ਹਾਂ ਨੇ ਧਰਨਾ ਲਾਇਆ ਸੀ ਉਹਨਾਂ ਨੂੰ ਜ਼ਿੰਮੇਵਾਰ ਦੱਸ ਕੇ ਆਏ, ਔਰ ਇਹਨਾਂ ਦਾ ਤਾਂ ਕਹਿਣਾ ਸੀ ਮੰਤਰੀ ਅਮਨ ਅਰੋੜਾ ਦਾ ਤਾਂ ਕਿ ਫੈਕਟਰੀ ਨਹੀਂ ਬੰਦ ਹੋਏਗੀ, ਤੁਹਾਡਾ ਧਰਨਾ ਇਲੀਗਲ ਹੈ, ਉਹ ਆਪਣਾ ਧਰਨਾ ਚੱਕੋ। ਫਿਰ ਇਹਨਾਂ ਦੇ ਰਾਜ ਸਭਾ ਦੇ ਮੈਂਬਰ ਸੀਚੇਵਾਲ ਜੀ, ਉਹ ਬੜੇ ਜ਼ੋਰ ਸ਼ੋਰ ਨਾਲ ਜਾ ਕੇ ਕਹਿੰਦੇ ਸੀ ਕਿ ਮੈਂ ਸਾਰਾ ਚੈੱਕ ਕਰ ਲਿਆ ਜੀ, ਬਿਲਕੁਲ ਠੀਕ ਹੈ। ਸੋ ਇਹ ਤਾਂ ਲੋਕਾਂ ਦਾ ਜਦੋਂ ਪ੍ਰੈਸ਼ਰ ਵੱਧਦਾ ਗਿਆ, ਫਿਰ ਇਹ ਸਰਕਾਰ ਨੇ ਇੱਕ ਮਜਬੂਰੀ ਦੇ ਵਿੱਚ ਐਲਾਨ ਕੀਤਾ। ਔਰ ਮੈਂ ਤੁਹਾਨੂੰ ਫਿਰ ਤੁਹਾਡੇ ਚੈਨਲ ਦੇ ਉੱਤੇ ਕਹਿਣਾ ਕਿ ਮੁੱਖ ਮੰਤਰੀ ਦੇ ਬਾਕੀ ਜਿਵੇਂ ਐਲਾਨ ਹੋਏ ਸੀ, ਜਿੱਦਾਂ BMW ਦੀ ਫੈਕਟਰੀ ਲਾਉਣ ਦਾ ਐਲਾਨ ਸੀ ਜਿਹੜਾ ਕਿ ਹਵਾ 'ਚ ਹੀ ਨਿਕਲ ਗਿਆ, ਫਿਰ ਕਹਿੰਦੇ ਸੀ ਜੀ ਅਸੀਂ ਗੋਲਡੀ ਬਰਾੜ ਨੂੰ ਡਿਟੇਨ ਕਰ ਲਿਆ ਅਮਰੀਕਾ ਦੇ ਵਿੱਚ, ਉਹ ਹਵਾ 'ਚ ਨਿਕਲ ਗਿਆ। ਸੋ ਇਹ ਵੀ ਜਿਹੜਾ ਮੁੱਖ ਮੰਤਰੀ ਦਾ ਸਿਰਫ ਇੱਕ ਬਿਆਨ ਹੈ, ਤਾਂ ਹੀ ਉੱਥੇ ਮੋਰਚਾ ਖਤਮ ਨਹੀਂ ਹੋਇਆ। ਮੋਰਚੇ ਵਾਲਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਯੂ ਟਰਨ ਲੈਣ ਦੇ ਮਾਹਰ ਨੇ। ਔਰ ਇਹ ਗੱਲ ਕੰਗ ਸਾਹਿਬ ਮੈਨੂੰ ਦੱਸ ਦੇਣ ਕਿ ਜਿਹੜੀ ਫੈਕਟਰੀ ਦੇ ਗੇਟ ਬੰਦ ਕਰਾਉਣ ਦਾ 20 ਕਰੋੜ ਰੁਪਇਆ ਜੁਰਮਾਨਾ ਇਹਨਾਂ ਨੇ ਭਰਿਆ, ਜਿਹਦਾ ਇਹਨਾਂ ਨੇ ਕੋਈ ਚਾਰਾਜੋਈ ਨਹੀਂ ਕੀਤੀ, ਡਿਵੀਜ਼ਨ ਬੈਂਚ ਦੇ ਅੱਗੇ ਉਸ 20 ਕਰੋੜ ਦੇ ਅਗੇਂਸਟ ਅਪੀਲ ਨਹੀਂ ਕੀਤੀ, ਤਾਂ ਪੰਜਾਬ ਸਰਕਾਰ ਅੱਜ ਫੈਕਟਰੀ ਮਾਲਕਾਂ ਦੇ ਨਾਲ ਮਿਲ ਕੇ ਇਹ ਜਿਹੜੀ ਖੇਡ ਰਹੀ ਹੈ, ਇਹਨੂੰ ਸਾਰਾ ਪੰਜਾਬ ਸਮਝਦਾ। ਸੋ ਮੈਂ ਕੰਗ ਸਾਹਿਬ ਨੂੰ ਕਹੂੰਗਾ ਕਿ ਤੁਸੀਂ ਡਿਫੈਂਡ ਕਿਉਂ ਕੀਤਾ? ਤੁਹਾਡਾ ਮੰਤਰੀ ਅਮਨ ਅਰੋੜਾ ਕਿਉਂ ਉੱਥੇ ਜਾ ਕੇ ਗਲਤ ਦੱਸ ਰਿਹਾ ਸੀ ਉਸੇ ਲੋਕਾਂ ਨੂੰ, ਉੱਥੋਂ ਦੇ ਵਸਨੀਕਾਂ ਨੂੰ, ਕਿ ਭਾਈ ਸਾਡੀ ਫੈਕਟਰੀ ਸਹੀ ਹੈ? ਔਰ ਹੁਣ ਮੈਨੂੰ ਇੱਕ ਗੱਲ ਕੰਗ ਸਾਹਿਬ ਜਵਾਬ ਦੇਣ ਕਿ ਇਹਨਾਂ ਦੇ ਰਾਜ ਦੇ ਦੌਰਾਨ ਹੀ ਹੁਣੀ 2 ਮਹੀਨੇ ਪਹਿਲਾਂ ਪੰਜਾਬ ਦਾ ਜਿਹੜਾ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹਨੇ ਕਲੀਅਰੈਂਸ ਦਿੱਤੀ ਹੈ ਉਸ ਫੈਕਟਰੀ ਨੂੰ। ਕੀ ਪੰਜਾਬ ਪੋਲਿਊਸ਼ਨ ਬੋਰਡ ਦੀ ਜਿਹੜੇ ਕੋਈ ਅਫਸਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਮਾਨ ਸਰਕਾਰ ਨੇ? ਨਹੀਂ ਕੀਤੀ। ਸੋ ਕਿਤੇ ਨਾ ਕਿਤੇ ਆਪਾਂ ਪੰਜਾਬੀਆਂ ਨੂੰ ਇੰਨਾ ਵੀ ਝੂਠ ਨਾ ਬੋਲੀਏ, ਜਿਹੜਾ ਕਿ ਫਿਰ ਤੁਹਾਨੂੰ ਪਤਾ ਕਿ ਤੁਹਾਡਾ ਝੂਠ ਅਗਲੇ 1 ਮਹੀਨੇ ਦੇ ਵਿੱਚ ਨੰਗਾ ਹੋ ਕੇ ਲੋਕਾਂ ਦੇ ਸਾਹਮਣੇ ਆਉਣਾ, ਔਰ ਤੁਸੀਂ ਇਹ ਜਾਣ ਬੁੱਝ ਕੇ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕਮਾ ਰਹੇ ਜੀ। ਬਲਵਿੰਦਰ ਕੰਗ ਜੀ, ਦੇਖੋ ਅਰਸ਼ਦੀਪ, ਇਹ ਜੀਰਾ ਫੈਕਟਰੀ ਵਾਲਾ ਕੱਲਾ ਫੈਸਲਾ ਨਹੀਂ ਲਿਆ ਮੁੱਖ ਮੰਤਰੀ ਜੀ ਨੇ। ਇਸ ਤੋਂ ਪਹਿਲਾਂ ਲੁਧਿਆਣਾ ਟੈਕਸਟਾਈਲ ਵਾਲਾ ਵੀ ਇਸ਼ੂ ਸੀ, ਉਹ ਵੀ ਲੋਕਾਂ ਦੀ ਸਿਹਤ ਨਾਲ ਜੁੜਿਆ ਸੀ, ਉਦੋਂ ਵੀ ਮਾਨ ਸਾਹਿਬ ਨੇ ਲਿਆ ਹੈ। ਬੇਸਿਕਲੀ ਵਿਰੋਧੀ ਪੋਲੀਟੀਕਲ ਪਾਰਟੀਆਂ ਨੂੰ ਤੇ ਕੋਈ ਖੁਸ਼ੀ ਨਹੀਂ ਹੋ ਰਹੀ, ਇਹਨਾਂ ਨੂੰ ਤੇ ਇਸ ਗੱਲ ਦਾ ਦੁੱਖ ਹੋ ਰਿਹਾ ਹੈ ਕਿ ਸਰਕਾਰ ਨੇ ਪ੍ਰੋ ਪੀਪਲ ਫੈਸਲਾ ਕਿਉਂ ਲਿਆ। ਜੇ ਐਲਾਨ ਹੋ ਚੁੱਕਿਆ, ਆਰਡਰ 'ਚ ਇੰਨੀ ਦੇਰ ਕਿਉਂ ਹੋ ਰਹੀ ਹੈ? ਨਹੀਂ ਦੇਖੋ, ਹਰੇਕ ਚੀਜ਼ ਦਾ ਇੱਕ ਪ੍ਰੋਸੀਜਰ ਹੈ। ਜਿੱਥੋਂ ਤੱਕ ਗੱਲ ਹੈ ਕਾਰਵਾਈ ਦੀ, ਇੱਕ ਕਾਰਵਾਈ ਵੀ ਹੋਣੀ ਹੈ ਇੱਕ ਬੰਦੇ ਤੇ। ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕਹੀ ਵੀ ਕੁਝ ਚੀਜ਼ਾਂ ਹਜੇ ਅਸੀਂ ਡਿਸਕਲੋਜ਼ ਨਹੀਂ ਕਰ ਰਹੇ, ਆਨਰੇਬਲ ਅਦਾਲਤ 'ਚ ਕਰਾਂਗੇ, ਉਸ ਤੋਂ ਬਾਅਦ ਪਬਲਿਕ ਡੋਮੇਨ 'ਚ ਆ ਜਾਣਗੀਆਂ। ਇੱਕ ਬੰਦਾ ਜਿਨ੍ਹਾਂ ਦੇ ਜਿਹੜੀਆਂ ਕਾਲੀਆਂ ਭੇਡਾਂ ਆ, ਬਲੈਕ ਸ਼ੀਪ, ਸਾਰਿਆਂ ਤੇ ਕਾਰਵਾਈ ਹੋਊਗੀ, ਚਾਹੇ ਉਹ ਪੋਲੀਟੀਕਲ ਕਿਉਂ ਨਾ ਹੋਣ। ਇਹੀ ਤੇ ਦਿੱਕਤ ਹੈ ਇਹਨਾਂ ਨੂੰ ਜਿਹੜੇ ਵਿਰੋਧੀ ਆ, ਕਿਉਂਕਿ ਉਹ ਸੈਟਿੰਗ ਕਰਨ ਤੇ ਸੀ। ਹੁਣ ਮਾਨ ਸਾਹਿਬ ਦੇ ਟਾਈਮ ਸੈਟਿੰਗ ਨਹੀਂ ਹੋ ਰਹੀ, ਲੋਕਾਂ ਦੀ ਸਿਹਤ ਨਾਲ ਕੋਈ ਕੰਪਰੋਮਾਈਜ਼ ਨਹੀਂ ਹੋਊਗਾ, ਚਾਹੇ ਉਹ ਟੈਕਸਟਾਈਲ ਪਾਰਕ ਦੀ ਗੱਲ ਹੈ, ਚਾਹੇ ਜੀਰਾ ਫੈਕਟਰੀ ਦੀ ਗੱਲ ਹੈ। ਆਉਣ ਵਾਲੇ ਟਾਈਮ 'ਚ ਵੀ ਸਾਡੇ ਕੋਲ ਸਮਾਂ ਥੋੜਾ ਘੱਟ ਹੈ। ਮੈਂ ਮਾਫੀ ਚਾਹਾਂਗੀ ਅਰਸ਼ਦੀਪ ਜੀ, ਸ਼ੁਕਰੀਆ ਕਰਨਾ ਚਾਹਾਂਗੀ। ਸਮਾਂ ਸਾਡੇ ਕੋਲ ਘੱਟ ਹੈ, ਮਾਫੀ ਚਾਹੁੰਦੀ ਹਾਂ ਮੈਂ। ਮਲਵਿੰਦਰ ਕੰਗ ਵੀ ਜੁੜੇ ਸੀ। ਮਲਵਿੰਦਰ ਕੰਗ ਜੀ, ਤੁਹਾਡਾ ਵੀ ਸ਼ੁਕਰੀਆ। ਤਾਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਅਕਾਲੀ ਦਲ ਤੇ ਸਵਾਲ ਚੁੱਕੇ ਨੇ ਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦਾ MLA ਸੀ ਦੀਪ ਮਲਹੋਤਰਾ, ਜਿਸ ਦੀ ਇਹ ਫੈਕਟਰੀ ਹੈ, 2006 ਚ ਕੈਪਟਨ ਸਰਕਾਰ ਨੇ ਲਾਇਸੈਂਸ ਦਿੱਤਾ ਸੀ। ਅਕਾਲੀ ਦਲ ਤੋਂ ਸਾਡੇ ਨਾਲ ਅਰਸ਼ਦੀਪ ਕਲੇਰ ਜੁੜੇ ਸੀ, ਜੋ ਕਹਿ ਰਹੇ ਸੀ ਕਿ ਕੈਪਟਨ ਸਰਕਾਰ 'ਚ ਲਾਇਸੈਂਸ ਦਿੱਤਾ ਗਿਆ, ਬਾਦਲ ਸਰਕਾਰ ਤੋਂ ਉਸ ਤੋਂ ਬਾਅਦ ਚਾਹੀ ਸੀ। ਸਗੋਂ ਦੀਪ ਮਲਹੋਤਰਾ ਇਸ ਵੇਲੇ ਆਮ ਆਦਮੀ ਪਾਰਟੀ ਦਾ ਖਾਸ ਹੈ। ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਬੁਲਾਰੇ ਸਾਡੇ ਨਾਲ ਜੁੜੇ ਸੀ, ਜਿਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ। ਐਲਾਨ ਮੁੱਖ ਮੰਤਰੀ ਨੇ ਕਰ ਦਿੱਤਾ ਹੈ। ਕਈ ਸਾਰੀਆਂ ਚੀਜ਼ਾਂ ਨੇ ਜੋ ਅਜੇ ਉਹ ਡਿਸਕਲੋਜ਼ ਨਹੀਂ ਕਰ ਰਹੇ, ਲੇਕਿਨ ਇੱਕ ਸ਼ਖਸ ਤੇ ਕਾਰਵਾਈ ਹੋਏਗੀ ਜੋ ਵੀ ਇਸ ਸਭ ਦੇ ਵਿੱਚ ਜ਼ਿੰਮੇਵਾਰ ਸੀ। ਸਿੱਧੀਆਂ ਤਸਵੀਰਾਂ ਅਸੀਂ ਮੁੰਬਈ ਤੋਂ ਦਿਖਾ ਰਹੇ ਹਾਂ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨਿਵੇਸ਼ ਦੌਰੇ ਦੇ ਲਈ ਪਹੁੰਚੇ ਨੇ। ਕਾਰੋਬਾਰੀਆਂ ਦੇ ਨਾਲ ਮੁੰਬਈ ਦੇ ਵਿੱਚ ਮੀਟਿੰਗਾਂ ਉਹਨਾਂ ਦੇ ਵੱਲੋਂ ਕੀਤੀਆਂ ਜਾਣਗੀਆਂ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਨਿਵੇਸ਼ ਦੇ ਲਈ ਸੱਦਾ ਦੇਣਗੇ। ਮੁੰਬਈ ਇਸ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਨੇ। ਲਾਈਵ ਤਸਵੀਰਾਂ ਮੁੰਬਈ ਤੋਂ। ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਵੱਖ-ਵੱਖ ਸੂਬਿਆਂ ਦੇ ਵਿੱਚ ਜਾ ਕੇ ਇੰਡਸਟਰੀਅਲਿਸਟ ਦੇ ਨਾਲ, ਕਾਰੋਬਾਰੀਆਂ ਦੇ ਨਾਲ ਮੀਟਿੰਗਸ ਕਰ ਰਹੇ ਨੇ, ਉਹਨਾਂ ਨੂੰ ਪੰਜਾਬ ਦੇ ਵਿੱਚ ਇਨਵੈਸਟ ਕਰਨ ਦੇ ਲਈ ਸੱਦਾ ਦੇ ਰਹੇ ਨੇ। ਤਾਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਮਹਾਰਾਸ਼ਟਰ ਪਹੁੰਚੇ ਨੇ, ਮੁੰਬਈ ਪਹੁੰਚੇ ਨੇ, ਜਿੱਥੇ ਅੱਜ ਉਹ ਕਾਰੋਬਾਰੀਆਂ ਦੇ ਨਾਲ ਮੀਟਿੰਗ ਕਰਨਗੇ ਤੇ ਉਹਨਾਂ ਨੂੰ ਪੰਜਾਬ 'ਚ ਨਿਵੇਸ਼ ਦੇ ਲਈ ਸੱਦਾ ਦੇਣਗੇ। जाता है मुंबई को
तो देश की इकोनॉमिक कैपिटल में पंजाब से मैं आया हूं। पूरा मेरा ग्रुप है, मेरा वफद है। इन्वेस्ट पंजाब एक समिट हम कर रहे हैं 22 एंड 23 ऑफ फरवरी को। पूरी दुनिया से वहां पे जो इन्वेस्टर्स हैं वो आ रहे हैं। पंजाब जो है वो नंबर 1 स्टेट थी, लेकिन बीच में कुछ ऐसी सरकारें आई जिन्होंने पंजाब का नाम भी बदनाम हुआ। और पंजाब स्टेट बहुत, चाहे वो इंडस्ट्रियल पॉलिसी में हो, चाहे एजुकेशनल पॉलिसी में हो, चाहे एग्रीकल्चर पॉलिसी में हो, तो नीचे चले गए। तो मैं हैदराबाद गया था, चेन्नई गया था, वहां से बहुत से इन्वेस्टर जो हैं पंजाब में अब करना चाह रहे हैं, जो इन्वेस्ट करना चाह रहे हैं। क्योंकि पहले जब भी कोई मुंबई से भी जाते थे इंडस्ट्रियलिस्ट, उनसे हिस्सा मांगा जाता था, प्रॉफिट में मेरा कितना होगा। पहले जो भी जाते थे वो 2 परिवारों के साथ एमओयू करने पड़ते थे। 2 परिवार रूल कर रहे थे पंजाब को। अब जो भी जाएगा वो 3 करोड़ पंजाबियों के साथ एमओयू करेगा। कोई किसी का हिस्सा नहीं, सिंगल विंडो सिस्टम, और कोई हौश पौश नहीं, कोई उनको कोई खज्जल खुआरी नहीं होगी कोई परमिशन लेने में। मैं मुंबई के इंडस्ट्रियलिस्ट के पास आया हूं। बहुत से तो पंजाबी हैं, तो उनको मैं ये कहने के लिए आऊँ, अपने वतन की धरती को ये अच्छा करते हैं। बहुत अच्छा मौका मिला है, लोगों की सरकार आई है, आम आदमी पार्टी की सरकार आई है। अरविंद केजरीवाल जी ने स्कूल अच्छे किए, मोहल्ला क्लिनिक अच्छे किए, तो पूरी दुनिया में चर्चा है। हम भी स्कूल, और कल ही मैं स्कूल ऑफ एमिनेंस का उद्घाटन करके आया हूँ। मोहल्ला क्लिनिक 26 जनवरी को, 27 जनवरी को अरविंद जी आएंगे अमृतसर में, और 500 मोहल्ला क्लिनिक और जो है लोगों को समर्पित कर दिए जाएंगे। तो हमारी राजनीति स्कूल, अस्पताल, बिजली, पानी, इंफ्रास्ट्रक्चर, एम्प्लॉयमेंट, हमारी राजनीति ये है। हम ये नफरत की राजनीति नहीं करते। और मुंबई में मैं बहुत सालों बाद आया हूँ। वैसे तो पहले मुंबई से मेरा बहुत ही नाता, जो मैं लोखंडवाला में रहता था, मैंने फ्लैट भी ले रखा था जब लफ्टर चैलेंज वगैरह चलते थे। तो कुछ पुराने दोस्तों को भी मिलूंगा। बहुत अच्छे दोस्त हैं मेरे यहाँ पे जो इंडस्ट्री में बहुत अच्छा काम कर रहे हैं। और हम फिल्म सिटी भी वहाँ पंजाब में बहुत बड़ी फिल्म सिटी प्लान कर रहे हैं। उसके लिए भी मैं उनसे आग्रह करूंगा, बड़े बड़े जो प्रोडक्शन हाउस हैं, कि आइए वहाँ पे आके अपना स्टूडियोज बनाइए। क्योंकि जो पंजाबी है, पंजाबी बॉलीवुड बोलते हैं, बॉलीवुड जो है वो बहुत बड़ी इंडस्ट्री है। और यहाँ भी बॉलीवुड में अगर कोई गाना सुखविंदर सिंह का ना हो किसी भी मूवी में, तो फिल्म को, अपने म्यूजिक को वो सिक्योर नहीं मानते कि बिकेगा नहीं। तो ऑलमोस्ट 80% मूवीज पंजाबी स्टोरीज पर बन रही हैं। जब भी मैट, दिलवाले दुल्हनिया ले जाएंगे, और शूटिंग भी वहां होती है। क्यों ना वहां पे एक ऐसा सेटअप कर दिया जाए कि वो वहां पे शूटिंग भी करें, पोस्ट प्रोडक्शन भी वहीं पे हो, और रेवेन्यू भी गवर्नमेंट को आए, और उनको भी जो उनको आर्टिस्ट चाहिए, को आर्टिस्ट चाहिए, वहां से मिले। तो इंडस्ट्री है, बॉलीवुड इज एन इंडस्ट्री, बॉलीवुड इज एन इंडस्ट्री। मैं दोनों को मैं मिलाप करवाने के लिए पहुंचा हूं। मेरे बहुत से अच्छे दोस्त हैं यहाँ पे जो इंडस्ट्री में बहुत बड़ा काम कर रहे हैं। डायरेक्टर भी हैं, प्रोड्यूसर भी हैं, आर्टिस्ट भी हैं। तो होपफुली मुझे लगता है कि ये मेरा 2 दिन का जो टूर है, मुख्यमंत्री बनकर पहली बार आया हूँ, लेकिन मुख्यमंत्री बनकर नहीं आया हूँ। मैं वही भगवंत मान ही हूँ। मैं मुख्यमंत्री नहीं बना, मैं दुख्यमंत्री हूँ। लोगों के दुख दर्द बताने वाले चाहिए, लोगों को चाहिए। तो अरविंद केजरीवाल के सिपाही हैं, और जिस मोर्चे पर भी ड्यूटी लगेगी हम लोग। सर, क्या महाराष्ट्र में चुनाव भी आने वाला है, क्या उसको हम ये मान के चले कि आम आदमी पार्टी ने अपनी कुछ शुरू कर दी है, या नहीं? बीएमसी के लिए देखो, बीएमसी के लिए तो प्रीति जी हैं। बीएमसी चुनाव आएंगे, जब भी आएंगे, आम आदमी पार्टी हर इलेक्शन लड़ेगी। अब हम मैदान में हैं। अब कोई ऐसा इलेक्शन नहीं है कि हम ये नहीं लड़ेंगे। हमने गुजरात में इलेक्शन लड़ा, 13% वोट मिले,
राष्ट्रीय पार्टी बनी, 5 MLA आए, खाता खुला, तो अब राजनीतिक पार्टी है तो हर इलेक्शन में, चाहे वो गांव प्रधान की है, सरपंची की है, चाहे वो BMC है, चाहे म्यूनिसिपल काउंसिल है, चाहे नगर काउंसिल है, हम लड़ेंगे, इलेक्शन लड़ेंगे। इलेक्शन लड़ना हमारा हक है, डेमोक्रेटिक राइट है। बाकी माली दा कम पानी पाना पर मशका पावे, मालिक दा कम फल फूल लाना, लावे या ना लावे। मालिक जो है लोकतंत्र में वो जनता है, जनता फल दे फूल दे, ये उनके राहुल गांधी ने हाल ही में एक सभा में कहा है कि पंजाब की सरकार जो है दिल्ली की चलती है, किसी के और इशारे पे। उनके बयान को आप किस तरह? राहुल गांधी जी क्या बोलूं मैं उनके बारे में। उनकी तो सारी, पहली बात तो दिल्ली में उनकी कितनी सीटें हैं, MLA कितने हैं? 0। MP कितने हैं? 0। वो तो दिल्ली से भी नहीं चलते हैं। मतलब कैप्टन अमरिंदर सिंह को लोगों ने, उन्होंने डिक्लेयर किया, कैप्टन अमरिंदर को CM बनाया, अचानक से उतार के चन्नी बना दिया। तो लोगों से पूछा था दिल्ली से है। हरीश चौधरी और हरीश रावत दोनों बनाए प्रभारी। क्या हरीश चौधरी मोगा से है? हरीश रावत क्या मलेकोला से है? अभी सुक्खू जी 1 महीना उनको कैबिनेट नहीं बनाने दी, तो कहां से कैबिनेट? अगर सुक्खू जी चाहते तो मैंने अपनी कैबिनेट नेक्स्ट डे डिक्लेयर कर दी थी, ठीक है ना। तो सुक्खू जी को 1 महीना लग गया, उनके साथ पैदल यात्रा भी करनी पड़ी कि सर फाइनल कर दो। तो कम से कम राहुल गांधी तो ये ना बोलें, जो खुद दिल्ली से चलते हैं, पता नहीं क्या कहां से चलते हैं, मुझे तो ये नहीं पता चल रहा। वो कहते हैं मैं राहुल गांधी नहीं हूं, जो आपके सामने बैठा है वो राहुल गांधी है ही नहीं, है ना। मतलब माफी करो यार उनको। क्या सर महाराष्ट्र मुख्यमंत्री से आप मिलेंगे क्या? आप एकनाथ शिंदे जी से मिलेंगे सर? नहीं, अभी तक कोई ऐसा प्लान नहीं है, लेकिन मुख्यमंत्रियों की मीटिंग में शिंदे साहब से मिलते रहते हैं। अभी वीर बाल दिवस जब मनाया था तो वहां पे शिंदे साहब आए थे। तो अभी ऐसा कोई प्लान नहीं है, बस कटसी कॉल अगर है तो मैं जाऊँ। सर भारत जोड़ो यात्रा हमने देखा है चल रहा है, जम्मू कश्मीर में यात्रा कर राहुल गांधी का, हमने देखा पंजाब से भी है। इस यात्रा को आप किस भारत बाद में जोड़ लेना, पहले कांग्रेस तो जोड़ लो। जब से राहुल गांधी पंजाब में आया, 3 मनप्रीत बादल ये वो सब चले गए बीजेपी में, तो पहले कांग्रेस जोड़ लो जी, भारत बाद में जोड़ लो। राम रहीम को लेके काफी भारत माता की जय। नो प्रॉब्लम है। मुख्यमंत्री भगवंत मान इस वेले मुंबई पहुंचे हुए ने। ਤਾਂ ਇਹ ਤਸਵੀਰਾਂ ਮੁੰਬਈ ਤੋਂ ਨੇ, ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਪਹੁੰਚੇ ਨੇ। ਕਾਰੋਬਾਰੀਆਂ ਦੇ ਨਾਲ ਮੀਟਿੰਗ ਕਰਨਗੇ। ਵੱਖੋ ਵੱਖਰੇ ਸੂਬਿਆਂ ਦੇ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਮਾਨ ਕਾਰੋਬਾਰੀਆਂ ਨੂੰ ਪੰਜਾਬ 'ਚ ਇਨਵੈਸਟ ਕਰਨ ਦੇ ਲਈ, ਪੰਜਾਬ 'ਚ ਨਿਵੇਸ਼ ਕਰਨ ਦੇ ਲਈ, ਆਪਣੇ ਕਾਰੋਬਾਰ ਪੰਜਾਬ 'ਚ ਵਧਾਉਣ ਦੇ ਲਈ ਸੱਦਾ ਦੇ ਰਹੇ ਨੇ। ਤਾਂ ਅੱਜ ਉਹ ਮੁੰਬਈ ਪਹੁੰਚੇ ਨੇ, ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਚੋਣ ਰਣਨੀਤੀ ਦੇ ਬਾਰੇ ਵੀ ਗੱਲਬਾਤ ਕੀਤੀ ਕਿ ਹਰ ਸੂਬੇ ਦੇ ਵਿੱਚ ਭਾਵੇਂ ਉਹ ਕੋਈ ਮਿਊਨਿਸਪਲ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਵੇ, ਵਿਧਾਨ ਸਭਾ ਦਾ ਇਲੈਕਸ਼ਨ ਹੋਏ, ਆਮ ਆਦਮੀ ਪਾਰਟੀ ਸਾਰੇ ਇਲੈਕਸ਼ਨ ਲੜੇਗੀ। BMC ਚੋਣਾਂ ਨੂੰ ਲੈ ਕੇ ਉਹਨਾਂ ਨੂੰ ਸਵਾਲ ਕੀਤਾ ਗਿਆ ਸੀ ਤਾਂ ਉਹਨਾਂ ਨੇ ਕਿਹਾ ਕਿ ਸਾਰੇ ਇਲੈਕਸ਼ਨ ਆਮ ਆਦਮੀ ਪਾਰਟੀ ਲੜੇਗੀ। ਇਸ ਵੇਲੇ ਇੱਕ ਨੈਸ਼ਨਲ ਪਾਰਟੀ ਆਮ ਆਦਮੀ ਪਾਰਟੀ ਤੇ ਨਾਲ ਹੀ ਉਹਨਾਂ ਨੇ ਰਾਹੁਲ ਗਾਂਧੀ ਤੇ ਕਾਂਗਰਸ ਤੇ ਵੀ ਨਿਸ਼ਾਨੇ ਸਾਧੇ ਨੇ। ਦਿੱਲੀ ਤੋਂ ਸਰਕਾਰ ਚੱਲਣ ਦੇ ਜੋ ਇਲਜ਼ਾਮ ਰਾਹੁਲ ਗਾਂਧੀ ਨੇ ਲਗਾਏ ਸੀ, ਉਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਥੇ ਵੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਹੁਣਾਂ ਦੇ ਕੋਲ ਤਾਂ ਦਿੱਲੀ ਦੇ ਵਿੱਚ ਨਾ ਕੋਈ MLA ਹੈ, ਨਾ ਕੋਈ MP ਹੈ, ਤਾਂ ਉਹਨਾਂ ਦੀ ਸਰਕਾਰ ਤਾਂ ਦਿੱਲੀ ਤੋਂ ਵੀ ਨਹੀਂ ਚੱਲਦੀ। ਉਹ ਇਹ ਸਵਾਲ ਨਾ ਕਰਨ। ਇੱਕ ਵਾਰ ਫਿਰ ਤੋਂ ਨਿਸ਼ਾਨਾ ਸਾਧਿਆ ਹੈ। ਨਾਲ ਹੀ ਉਹਨਾਂ ਨੇ ਮੁੰਬਈ ਦੇ ਵਿੱਚ ਜੋ ਅੱਜ ਕਾਰੋਬਾਰੀਆਂ ਦੇ ਨਾਲ ਮੀਟਿੰਗ ਕਰਨੀ ਹੈ, ਉਸ ਨੂੰ ਲੈ ਕੇ ਵੀ ਜ਼ਿਕਰ ਕੀਤਾ ਕਿ ਮੁੰਬਈ ਇੱਕ ਤਰੀਕੇ ਦੇ ਨਾਲ ਫਿਲਮਾਂ ਦਾ, ਸਿਨੇਮਾ ਦਾ, ਆਰਟ ਦਾ ਹੱਬ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਹ ਇੰਡਸਟਰੀ ਪੰਜਾਬ ਦੇ ਵਿੱਚ ਵੀ ਪ੍ਰਫੁੱਲਤ ਹੋਵੇ।
ਇਸ ਇੰਡਸਟਰੀ ਦੇ ਲਈ ਜੋ ਸਹੂਲਤਾਂ ਪੰਜਾਬ ਦੇ ਵਿੱਚ ਉਹ ਦੇ ਸਕਦੇ ਨੇ, ਇਸ ਤਰੀਕੇ ਦੀਆਂ ਸਹੂਲਤਾਂ ਉਹਨਾਂ ਨੂੰ ਦਿੱਤੀਆਂ ਜਾਣ ਤਾਂ ਕਿ ਉਹ ਉੱਥੇ ਆ ਕੇ ਕੰਮ ਕਰ ਸਕਣ, ਉੱਥੇ ਹੀ ਸ਼ੂਟ ਕਰਨ, ਉੱਥੇ ਹੀ ਪੋਸਟ ਪ੍ਰੋਡਕਸ਼ਨ ਕਰਨ, ਸਾਰਾ ਜਿਹੜਾ ਫਿਲਮ ਰਿਲੇਟਡ ਕੰਮ ਹੈ ਉਹ ਉੱਥੇ ਹੀ ਹੋ ਜਾਵੇ। ਤਾਂ ਉਹ ਉਹਨਾਂ ਚੀਜ਼ਾਂ ਨੂੰ ਲੈ ਕੇ ਵੀ ਉਹ ਅੱਜ ਗੱਲਬਾਤ ਕਰਨਗੇ ਮੁੰਬਈ ਦੇ ਕਾਰੋਬਾਰੀਆਂ ਦੇ ਨਾਲ। ਤਸਵੀਰਾਂ ਮੁੰਬਈ ਤੋਂ ਇਸ ਵੇਲੇ ਦਿਖਾ ਰਹੇ ਹਾਂ। ਸੀਐਮ ਨਿਵੇਸ਼ ਦੌਰੇ ਤੇ ਨੇ। ਇਸ ਤੋਂ ਪਹਿਲਾਂ ਹੈਦਰਾਬਾਦ ਵੀ ਉਹ ਗਏ ਸੀ ਕਾਰੋਬਾਰੀਆਂ ਦੇ ਨਾਲ ਬੈਠਕ ਕਰਨ ਦੇ ਲਈ। ਤਾਂ ਵੱਖਰੇ ਸੂਬਿਆਂ ਦੇ ਵਿੱਚ ਕਾਰੋਬਾਰੀਆਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਬੈਠਕ ਕਰ ਰਹੇ ਨੇ, ਉਹਨਾਂ ਨੂੰ ਮਿਲ ਰਹੇ ਨੇ ਤੇ ਉਹਨਾਂ ਨੂੰ ਪੰਜਾਬ ਆਉਣ ਦਾ, ਪੰਜਾਬ 'ਚ ਨਿਵੇਸ਼ ਕਰਨ ਦਾ ਸੱਦਾ ਦੇ ਰਹੇ ਨੇ। उधर बठिंडा च मेयर की कुर्सी के लिए हलचल तेज हो गई है। मनप्रीत बादल तो बाद राजा वड़िंग ने भी कांग्रेसी काउंसलर्स के नाल मीटिंग की है। इस तो पहला मनप्रीत बादल बीजेपी च शामिल हुए तो कई सारे जिहड़े कांग्रेसी काउंसलर सी उन्हां दी रिहाइश ते पहुंचे। 22 कांग्रेसी काउंसलरां ने उन्हां दे नाल मीटिंग की ते हुण राजा वड़िंग ने भी कांग्रेसी काउंसलर्स दे नाल मीटिंग की है। वड़िंग दी मीटिंग दे विच 25 काउंसलर पहुंचे ने। मनप्रीत बादल दी बैठक दे विच 22 काउंसलर पहुंचे सी। बठिंडा नगर निगम दे विच इस वेले कांग्रेस दी मेयर है। मेयर मनप्रीत बादल खेमे दी दसी जा रही है। हाल ही दे विच मनप्रीत बादल बीजेपी च शामिल हुए ने, जिस तो बाद कांग्रेसी काउंसलर 22 कांग्रेसी काउंसलर उन्होंने मिलने के लिए उन्होंने रिहाइश से पहुंचे। बैठक हुई। बठिंडा मेयर की कुर्सी नूं लैके किते ना किते मुश्किलां हुण नजर आ रही ने। तो इस दे चलते राजा वड़िंग ने बैठक की है कांग्रेसी काउंसलर्स दे नाल। 25 काउंसलर राजा वड़िंग की बैठक च शामिल हुए ने। और खास कर निगम ते एक डमी मेयर बिठा के ਜਿਹੜੀ ਸਨੇਹਤੀ ਦੀ ਘਾਣ ਕੀਤੀ ਗਈ ਹੈ। इस तो पहला मनप्रीत बादल ने शुक्रवार को अपनी रिहाइश से कांग्रेसी काउंसलर्स दे नाल मीटिंग की सी। मनप्रीत बादल जो हाल ही दे विच बीजेपी च शामिल हुए ने, उन्हां दे कोल 22 कांग्रेसी काउंसलर पहुंचे सी। कांग्रेस तो बीजेपी च गए ने, तां कांग्रेसी काउंसलर जो उन्हां दे खेमे दे ने उन्हां दे कोल पहुंचे सी। तस्वीरां शुक्रवार दियां ते कल दियां तस्वीरां ने। मनप्रीत बादल दे कोल 22 काउंसलर पहुंचे ने जो कांग्रेस नाल संबंध रखते ने। तां दूसरे पासे राजा वड़िंग ने भी बठिंडा दे कांग्रेसी काउंसलर दी बैठक की, जिथे 25 काउंसलर पहुंचे। देखो ਜਿਹੜੀ ਤਾਂ ਮੀਟਿੰਗ ਕਰਨ ਦੀ ਗੱਲ ਹੈ, ਅੱਜ ਮੈਂ ਕਾਂਗਰਸੀਆਂ ਨਾਲ ਜਿਹੜੇ ਕਾਂਗਰਸ ਨੂੰ ਪਿਆਰ ਕਰਦੇ ਹੈ, ਕਾਂਗਰਸ ਦੇ ਤਿਰੰਗੇ ਨੂੰ ਪਿਆਰ ਕਰਦੇ ਹੈ, ਕਾਂਗਰਸ ਦੀ ਵਿਚਾਰਧਾਰਾ ਨੂੰ ਪਿਆਰ ਕਰਦੇ ਹੈ, ਅੱਜ ਉਹਨਾਂ ਦੇ ਨਾਲ ਸਾਥੀਆਂ ਦੇ ਨਾਲ ਐਮਸੀ ਸਾਹਿਬਾਨਾਂ ਦੇ ਨਾਲ ਪੁਰਾਣੇ ਕਾਂਗਰਸੀਆਂ ਨਾਲ ਮੁਲਾਕਾਤ ਕੀਤੀ ਹੈ। ਉਹਨਾਂ ਦੇ ਕੁਝ ਗਿਲੇ ਸ਼ਿਕਵੇ ਸਨ, ਉਹਨਾਂ ਨੂੰ ਸੁਣਿਆ ਗਿਆ। ਉਹਨਾਂ ਨੇ ਕੁਝ ਗੱਲਾਂ ਦੱਸਣੀਆਂ ਕਿ ਇਸ ਤਰ੍ਹਾਂ ਗਾਹ ਤੋਂ ਨਾ ਹੋਵੇ, ਉਹ ਸੁਣਨ ਵਾਸਤੇ ਆਇਆ ਸੀਗਾ। ਜਿੱਥੋਂ ਤੱਕ ਕਾਰਪੋਰੇਸ਼ਨ ਨੂੰ ਭੰਗ ਕਰਨਾ ਜਾਂ ਨਹੀਂ ਕਰਨਾ, ਇਹ ਇੱਥੋਂ ਦੇ ਐਮਸੀ ਸਾਹਿਬਾਨ ਜਿਹੜੇ ਚੁਣੇ ਹੋਏ ਆ ਉਹਨਾਂ ਦਾ ਨੈਤਿਕ ਅਧਿਕਾਰ ਹੈ। ਉਹਨਾਂ ਨੇ ਇਸ ਗੱਲ ਨੂੰ ਚੈੱਕ ਕਰਨਾ ਹੈ ਕਿ ਕੀ ਕੋਈ ਜਿਹੜਾ ਵਿਅਕਤੀ ਕੋਈ ਵੀ ਆਪਣਾ ਫੈਸਲਾ ਬਠਿੰਡੇ ਦੇ ਲੋਕਾਂ ਦੇ ਉੱਤੇ ਜਾਂ ਕਾਰਪੋਰੇਸ਼ਨ ਦੇ ਉੱਪਰ ਥੋਪਣ ਨਾ ਆਇਆ, ਨਾ ਇਹ ਕਰੇਗਾ। ਪਰ ਮਨਪ੍ਰੀਤ ਬਾਦਲ ਵੱਲੋਂ ਮੀਟਿੰਗਾਂ ਕੀਤੀਆਂ ਜਾ ਰਹੀਆਂ, ਐਮਸੀਆਂ ਨੂੰ ਸੱਦਿਆ ਗਿਆ, ਘਰ ਵੀ ਬੁਲਾ ਕੇ ਉਹਨਾਂ ਨੂੰ ਜਿਹੜਾ ਇਹ ਕਿਹਾ ਗਿਆ ਕਿ ਵੀ ਅਸੀਂ ਜਲਦ ਹੀ ਜਿਹੜਾ ਕਾਰਪੋਰੇਸ਼ਨ ਬਠਿੰਡਾ ਦੀ ਜਿਹੜੀ ਹੈ। ਚਲੋ ਚੰਗੀ ਗੱਲ ਹੈ ਕਿਸੇ ਨੇ ਸੱਦਿਆ, ਲੇਕਿਨ ਮੈਨੂੰ ਲੱਗਦਾ ਕਿ ਜਿਹੜੇ ਪੰਜਾਬ ਦੇ ਲੋਕ ਹੈ ਔਰ ਖਾਸ ਕਰਕੇ ਬਠਿੰਡੇ ਦੇ ਲੋਕ ਹੈ, ਬੜੇ ਅਣਖ ਔਰ ਗੈਰਤਮੰਦ ਲੋਕ ਨੇ। ਇਹ ਕਿਸੇ ਵਿਅਕਤੀ ਦੇ ਮੁਹਤਾਜ ਨਹੀਂ ਹੈ, ਰਾਜੇ ਵੜਿੰਗ ਦੇ ਮੁਹਤਾਜ ਨਹੀਂ ਹੈ। ਇਹ ਆਪਦੀ ਵਿਚਾਰਧਾਰਾ ਦੇ ਨਾਲ ਕਿਤੇ ਨਾ ਕਿਤੇ ਜੁੜੇ ਹੋਏ ਹਰ ਵਿਅਕਤੀ। ਸੋ ਮੈਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਝੰਡੇ ਤੇ ਤਿਰੰਗੇ ਥੱਲੇ ਸਾਰੀ ਕਾਰਪੋਰੇਸ਼ਨ ਦੇ ਸਾਥੀ ਜਿੱਤੇ ਸਨ। ਮੈਨੂੰ ਪੂਰਨ ਉਮੀਦ ਹੈ ਕੋਈ ਵੀ ਵਿਅਕਤੀ ਪਾਸੇ ਨਹੀਂ ਹੋਏਗਾ। ਕੀ ਆਖਣਾ ਕੋਈ ਇੱਕ ਅੱਧਾ ਹਾਂ ਕਿਸੇ ਨੂੰ ਸੱਦ ਲਿਆ ਗਿਆ ਹੋਵੇ, ਕਿਸੇ ਨੂੰ ਚਾਹ ਦੇ ਬਹਾਨੇ ਸੱਦ ਲਿਆ ਗਿਆ ਹੋਵੇ, ਕਿਸੇ ਨੂੰ ਹੋਰ ਗੱਲ ਕਰਨ ਦੇ ਬਹਾਨੇ ਸੱਦ ਲਿਆ ਹੋਵੇ, ਪਰ ਮੈਨੂੰ ਪੂਰਨ ਉਮੀਦ ਹੈ ਜਿਹੜੇ ਸਾਥੀ ਗਏ ਵੀ ਹਨ ਉਹਨਾਂ ਵਿੱਚੋਂ ਵੀ ਜ਼ਿਆਦਾਤਰ ਸਾਥੀ ਤਿਰੰਗੇ ਝੰਡੇ ਦੇ ਨਾਲ ਖੜੇ ਰਹਿਣਗੇ, ਤਿਰੰਗੇ ਝੰਡੇ ਦੀ ਸੋਚ ਦੇ ਨਾਲ ਖੜੇ ਰਹਿਣਗੇ ਤੇ ਜੋ ਫੈਸਲਾ ਹੋਏਗਾ ਉਹ ਇਕੱਠੇ ਹੋ ਕੇ ਲੈਣਗੇ। ਨਾ
ਕਾਂਗਰਸ ਛੱਡ ਕੇ ਬੀਜੇਪੀ 'ਚ ਸ਼ਾਮਲ ਹੋਏ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਨੇ ਤਿੱਖਾ ਹਮਲਾ ਬੋਲਿਆ ਤੇ ਕਿਹਾ ਕਿ ਇੱਕ ਵੀ ਸਾਥੀ ਮਨਪ੍ਰੀਤ ਬਾਦਲ ਦੇ ਨਾਲ ਬੀਜੇਪੀ 'ਚ ਨਹੀਂ ਗਿਆ। ਲੋਕ ਕਾਂਗਰਸ ਤੋਂ ਨਹੀਂ ਮਨਪ੍ਰੀਤ ਵਰਗੇ ਲੀਡਰਾਂ ਤੋਂ ਅੱਕੇ ਹੋਏ ਨੇ। ਇਹ ਨਿਸ਼ਾਨਾ ਸਾਧਿਆ ਹੈ ਮਨਪ੍ਰੀਤ ਬਾਦਲ ਤੇ ਰਾਜਾ ਵੜਿੰਗ ਨੇ ਕਿਹਾ ਹੈ ਕਿ ਉਹਨਾਂ ਦਾ ਇੱਕ ਵੀ ਸਾਥੀ ਉਹਨਾਂ ਦੇ ਨਾਲ ਬੀਜੇਪੀ 'ਚ ਨਹੀਂ ਗਿਆ। ਲੋਕ ਕਾਂਗਰਸ ਤੋਂ ਨਹੀਂ ਵਿਅਕਤੀ ਵਿਸ਼ੇਸ਼ ਤੋਂ ਨਾਰਾਜ਼ ਨੇ। ਚੰਗਾ ਹੋਇਆ ਕਿ ਭਾਜਪਾ ਅਜਿਹੇ ਲੀਡਰ ਲੈ ਗਈ। ਉਹਨਾਂ ਦਾ ਕਹਿਣਾ ਹੈ ਕਿ ਲੋਕ ਅਜਿਹੇ ਲੀਡਰਾਂ ਤੋਂ ਅੱਕੇ ਨੇ, ਨਾ ਕਿ ਕਾਂਗਰਸ ਤੋਂ। ਇਹ ਤਿੱਖਾ ਨਿਸ਼ਾਨਾ ਸਾਧਿਆ ਹੈ ਰਾਜਾ ਵੜਿੰਗ ਨੇ ਮਨਪ੍ਰੀਤ ਬਾਦਲ ਤੇ ਕਿਹਾ ਕਿ ਲੋਕ ਕਾਂਗਰਸ ਤੋਂ ਨਹੀਂ ਵਿਅਕਤੀ ਵਿਸ਼ੇਸ਼ ਤੋਂ ਨਾਰਾਜ਼ ਨੇ ਤੇ ਚੰਗਾ ਹੋਇਆ ਕਿ ਅਜਿਹੇ ਲੀਡਰ ਨੂੰ ਬੀਜੇਪੀ ਲੈ ਗਈ। ਉਹ ਯਾਰ ਐਦਾਂ ਹੀ ਟਿੱਪਣੀਆਂ ਜਦੋਂ ਕਿਸੇ ਨੇ ਕੋਈ ਚੀਜ਼ ਛੱਡਣੀ ਹੋਵੇ, ਪਹਿਲਾਂ ਤਾਏ ਦੇ ਖਿਲਾਫ ਟਿੱਪਣੀਆਂ, ਪਹਿਲਾਂ ਤਾਏ ਦੇ ਮੁੰਡੇ ਦੇ ਖਿਲਾਫ ਟਿੱਪਣੀਆਂ, ਫਿਰ ਆਪਦੀ ਪਾਰਟੀ ਦੇ, ਫਿਰ ਉਹਨਾਂ ਸਾਥੀਆਂ ਦੇ। ਤੁਸੀਂ ਅੱਜ ਦੇਖੋ ਕੋਈ ਵਿਅਕਤੀ ਪੁਰਾਣਾ ਇੱਕ ਸਾਥੀ, ਇੱਕ ਲੀਡਰ, ਨਾ ਤਾਂ ਅਕਾਲੀ ਦਲ 'ਚ ਜਦੋਂ ਸੀ ਉਦੋਂ ਕੋਈ ਆਇਆ, ਪੀਪੀ 'ਚ ਹਜ਼ਾਰਾਂ ਲੋਕ ਆਏ ਜੁੜੇ, ਇੱਕ ਸਾਥੀ ਉਦੋਂ ਨਹੀਂ ਗਿਆ। ਅੱਜ ਫਿਰ ਕਾਂਗਰਸ 'ਚ ਰਹਿ ਗਏ, ਫਿਰ ਇੱਕ ਸਾਥੀ ਨਹੀਂ ਗਿਆ। ਸੋ ਮੇਰੇ ਕਹਿਣ ਦਾ ਮਤਲਬ ਮੈਂ ਕੋਈ ਕਿਸੇ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ, ਨਾ ਮੇਰੀ, ਮੈਂ ਸਮਝਦਾ ਕਿ ਜੋ ਬੀਤਿਆ ਗੱਲ ਹੈ, ਜਿਸ ਬੰਦੇ ਦੀ ਕੋਈ ਗੱਲ ਹੀ ਨਾ ਰਹੀ ਹੋਵੇ ਉਹਦੇ ਬਾਰੇ ਟਿੱਪਣੀ ਕਰਨੀ ਕੋਈ ਵਾਜਬ ਨਹੀਂ ਹੈ। ਸੋ ਮੈਂ ਬਤੌਰ ਕਾਂਗਰਸ ਪ੍ਰਧਾਨ ਜੋ ਮੇਰਾ ਕੰਮ ਹੈ ਮੈਂ ਉਹ ਨਿਭਾ ਰਿਹਾ। ਮੈਨੂੰ ਪਤਾ ਹੈ ਕਿ ਕਾਂਗਰਸ ਕਿਵੇਂ ਮਜ਼ਬੂਤ ਕਰਨੀ ਹੈ, ਮੈਨੂੰ ਪਤਾ ਹੈ ਕਿ ਵਰਕਰ ਦੀ ਕੀ ਕੀਮਤ ਹੋਣੀ ਚਾਹੀਦੀ ਹੈ, ਕਿਉਂਕਿ ਅਸੀਂ ਜੋੜੇ ਝਾੜ ਕੇ ਦਰੀਆਂ ਵਿਛਾ ਕੇ ਇੱਥੇ ਆਏ ਹਾਂ ਔਰ ਸਾਨੂੰ ਦਰੀਆਂ ਝਾੜਨ ਵਾਲਿਆਂ ਦਾ ਮੁੱਲ ਪਤਾ ਹੈ। ਇਸ ਕਰਕੇ ਰਾਜਾ ਵੜਿੰਗ ਕੋਈ ਡਰ ਭੈ ਨਹੀਂ ਪਾਉਣਾ ਚਾਹੁੰਦਾ। ਰਾਜਾ ਵੜਿੰਗ ਕੋਈ ਆਪਦਾ ਇੱਥੇ ਰਿਸ਼ਤੇਦਾਰ ਬਣਾ ਕੇ ਡੰਡਾ ਲੈ ਕੇ ਨਹੀਂ ਪਾਉਣਾ ਚਾਹੁੰਦਾ। ਰਾਜਾ ਵੜਿੰਗ ਇਹ ਚਾਹੁੰਦਾ ਹੈ ਕਿ ਹਰ ਐਮਸੀ, ਹਰ ਕਾਂਗਰਸ ਦੇ ਵਰਕਰ ਨੂੰ ਅਧਿਕਾਰ ਹੈ ਉੱਚੀ ਆਵਾਜ਼ 'ਚ ਗੱਲ ਕਰਨ ਦਾ। ਉਹਨੂੰ ਇਹ ਅਧਿਕਾਰ ਹੈ ਕਿ ਅਗਰ ਰਾਜਾ ਵੜਿੰਗ ਕੋਈ ਗਲਤ ਕੰਮ ਕਰ ਰਿਹਾ ਹੈ ਉਹਦੇ ਬਾਰੇ ਰਾਜੇ ਵੜਿੰਗ ਨੂੰ ਵੀ ਕਹਿੰਦਾ, ਨਾ ਕਿ ਚੁੱਪ ਚਪੀਤੇ ਮਗਰਲੀ ਗਲੀ 'ਚ ਬਿਨਾਂ ਕਿਸੇ ਨਾਲ ਸਲਾਹ ਕੀਤੇ ਰਾਜਾ ਵੜਿੰਗ ਕੋਈ ਫੈਸਲਾ ਲੈ ਲੇ ਤੇ ਰਾਜੇ ਵੜਿੰਗ ਦੇ ਮਗਰ ਜਨਤਾ ਆ ਜੇ। ਫਿਰ ਤਾਂ ਬੰਦੇ ਤਾਂ ਹੋਏ ਨਾ, ਫਿਰ ਤਾਂ ਜਾਨਵਰ ਹੋਏ। ਉਹ ਹਰ ਬੰਦੇ ਨੂੰ ਅਧਿਕਾਰ ਹੈ ਕਿ ਰਾਜਾ ਵੜਿੰਗ ਨਾਲ ਅਗਰ ਕੋਈ ਮੁੱਦੇ ਦੀ ਗੱਲ ਹੈ ਮੇਰਾ ਵਿਰੋਧ ਵੀ ਕਰ ਸਕਦਾ ਤੇ ਮੈਂ ਉੱਥੇ ਉਸ ਵਿਰੋਧ ਨੂੰ ਝੱਲਦਿਆਂ ਹੋਇਆਂ ਉਹਦੀ ਗੱਲ ਸੁਣ ਕੇ ਉਹਦੇ ਤੇ ਅਮਲ ਕਰਾਂ। ਪਰਮਾਤਮਾ ਭਾਜਪਾ ਨੂੰ ਜਿਉਂਦੀ ਇਸੇ ਤਰ੍ਹਾਂ ਰੱਖੇ। ਜਿਹੜੇ ਇਹੋ ਜਿਹੇ ਤੋਹਫੇ ਹੈ ਕੁਛ ਤਾਂ ਲੈ ਗਈ ਹੈ। ਜੇ ਲੱਗਦਾ ਕੋਈ ਹੋਰ ਐਸੀ ਗੱਲ ਹੈ ਤਾਂ ਛੇਤੀ ਬੜਾ ਕੰਮ ਚੰਗਾ ਕਰ ਰਹੀ ਹੈ। ਲੋਕ ਕਾਂਗਰਸ ਨਾਲ ਨਹੀਂ ਅੱਕੇ ਸੀ, ਤੁਹਾਨੂੰ ਮੈਂ ਦੱਸਣਾ ਚਾਹੁੰਦਾ। ਕਿਸੇ ਨੂੰ ਪੁੱਛ ਲਓ, ਨਾ ਤਿਰੰਗੇ ਨਾਲ ਕੋਈ ਅੱਕਿਆ, ਨਾ ਕੋਈ ਪੰਜੇ ਨਾਲ ਅੱਕਿਆ, ਨਾ ਕਾਂਗਰਸ ਸ਼ਬਦ ਨਾਲ ਅੱਕਿਆ। ਲੋਕ ਇਹੋ ਜਿਹੇ ਲੋਕਾਂ ਨਾਲ ਅੱਕੇ ਹੋਏ ਸੀ ਜਿਨ੍ਹਾਂ ਨੇ ਲੋਕਾਂ ਦਾ ਖੂਨ ਚੂਸ ਲਿਆ। ਇਸੇ ਕਰਕੇ ਐਡੇ ਵੱਡੇ ਮਾਰਜਨ ਤੇ ਹਰਾ ਕੇ ਲੋਕਾਂ ਨੇ ਇਹ ਸਬੂਤ ਦਿੱਤਾ ਕਿ ਅਸੀਂ ਵਿਅਕਤੀ ਵਿਸ਼ੇਸ਼ ਨਾਲ ਨਾਰਾਜ਼ ਹਾਂ, ਨਾ ਕਿ ਕਾਂਗਰਸ ਨਾਲ ਨਾਰਾਜ਼ ਹੈ। ਔਰ ਜਿੱਦੇ ਵਿਅਕਤੀ ਵਿਸ਼ੇਸ਼ ਜਿਨ੍ਹਾਂ ਨਾਲ ਜਨਤਾ ਨਾਰਾਜ਼ ਸੀ ਉਹ ਚਲੇ ਜਾਣਗੇ, ਤੁਸੀਂ ਵੇਖਿਓ ਕਾਂਗਰਸ ਆਪਦੀ ਆਪ ਹੀ ਉੱਠ ਖੜੇਗੀ। ਪਤਾ ਲੱਗ ਜੂਗਾ 2024 ਚ। उधर कोरोना वायरस की नेजल वैक्सीन का इंतजार खत्म हो गया है। 26 जनवरी को इनकोवैक लॉन्च होएगी, जिसनूं भारत बायोटेक ने तैयार किया है। बूस्टर डोज के तौर पर नेजल वैक्सीन लगेगी। कोरोना वायरस की वैक्सीन दियां 2 डोज लगाउण वालियां नूं नेजल वैक्सीन लगेगी, बूस्टर डोज के तौर पर लगेगी। 18 साल तो वध उम्र के लोगों नूं नेजल वैक्सीन बूस्टर डोज के तौर पर लगाई जाएगी। सरकार के लिए 325 रुपए प्रति शॉट का रेट तय किया गया है। प्राइवेट हस्पतालों नूं 800 रुपए प्रति शॉट ਦਾ ਰੇਟ ਤੈਅ ਕੀਤਾ ਗਿਆ ਹੈ। 23 ਦਸੰਬਰ ਨੂੰ ਕੇਂਦਰ ਸਰਕਾਰ ਨੇ ਨੇਜ਼ਲ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਸੀ, ਜਿਸ ਦਾ ਇੰਤਜ਼ਾਰ ਹੁਣ ਖਤਮ ਹੋ ਗਿਆ ਹੈ। 26 ਜਨਵਰੀ ਨੂੰ ਇਨਕੋਵੈਕ ਲਾਂਚ ਕੀਤੀ ਜਾਏਗੀ। ਬੂਸਟਰ ਡੋਜ਼ ਦੇ ਤੌਰ ਤੇ ਇਹ ਵੈਕਸੀਨ ਲੱਗੇਗੀ। ਦੁਨੀਆ ਦੀ ਇਹ ਪਹਿਲੀ ਨੇਜ਼ਲ ਵੈਕਸੀਨ ਹੈ। 18 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲਈ ਇਹ ਵੈਕਸੀਨ ਤਿਆਰ ਕੀਤੀ ਗਈ ਹੈ ਤੇ ਬੂਸਟਰ ਡੋਜ਼ ਦੇ ਤੌਰ ਤੇ ਇਸ ਨੂੰ ਇਸਤੇਮਾਲ ਕੀਤਾ ਜਾਏਗਾ। ਜਿਨ੍ਹਾਂ ਨੂੰ 2 ਕੋਵਿਡ ਵੈਕਸੀਨਸ ਲੱਗ ਚੁੱਕੀਆਂ ਨੇ ਉਹਨਾਂ ਦੇ ਲਈ ਬੂਸਟਰ ਡੋਜ਼ ਦੇ ਤੌਰ ਤੇ ਇਸ ਨੂੰ ਇਸਤੇਮਾਲ ਕੀਤਾ ਜਾਏਗਾ। 18 ਸਾਲ ਤੋਂ ਵੱਧ ਉਮਰ ਵਾਲਿਆਂ ਦੇ ਲਈ ਇਹ ਦੁਨੀਆ ਦੀ ਪਹਿਲੀ ਨੇਜ਼ਲ ਵੈਕਸੀਨ ਹੈ ਤੇ ਭਾਰਤ ਬਾਇਓਟੈਕ ਦੇ ਵੱਲੋਂ ਇਸ ਨੂੰ ਤਿਆਰ ਕੀਤਾ ਗਿਆ ਹੈ। ਇਸ ਦੀਆਂ 2 ਡੋਜ਼ਸ ਦਿੱਤੀਆਂ ਜਾਣਗੀਆਂ। 8 ਬੂੰਦਾਂ ਦੀ ਇੱਕ ਡੋਜ਼ ਹੋਏਗੀ। ਨੱਕ ਦੇ ਦੋਵੇਂ ਪਾਸੇ 4-4 ਬੂੰਦਾਂ ਪਾਈਆਂ ਜਾਣਗੀਆਂ ਤੇ ਦੋਵੇਂ ਡੋਜ਼ਸ ਦੇ ਵਿੱਚ 4 ਹਫ਼ਤਿਆਂ ਦਾ ਅੰਤਰ ਹੋਏਗਾ। ਨਿੱਜੀ ਹਸਪਤਾਲਾਂ ਦੇ ਵਿੱਚ ਵੀ ਇਹ ਨੇਜ਼ਲ ਵੈਕਸੀਨ ਮਿਲੇਗੀ। ਹਾਲਾਂਕਿ ਨਿੱਜੀ ਹਸਪਤਾਲਾਂ ਦੇ ਵਿੱਚ 800 ਰੁਪਏ ਇਸ ਦੀ ਕੀਮਤ ਜਿਹੜੀ ਹੈ ਉਹ ਰੱਖੀ ਗਈ ਹੈ।